ਲਖਵੀਰ ਸਿੰਘ ਜੀ ਕੈਨੇਡਾ ਵਾਲੇ, ਅਤੇ 11 ਵਜੇ ਤੋਂ ਲੈ ਕੇ ਪੌਣੇ 12 ਵਜੇ ਤੱਕ ਗੁਰਮਤਿ ਵਿਚਾਰਾਂ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਉਹਨਾਂ ਤੋਂ ਬਾਅਦ ਫਿਰ 1 ਘੰਟੇ ਵਾਸਤੇ ਭਾਈ ਸੁਖਜਿੰਦਰ ਸਿੰਘ ਜੀ ਤੇ ਇਹਨਾਂ ਦਾ ਮੰਗੇ ਵਾਲਿਆਂ ਦਾ ਢਾਡੀ ਜੱਥਾ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਨਿਹਾਲ ਕਰਿਆ ਕਰਨਗੇ, ਅਤੇ ਸ਼ਾਮ ਨੂੰ ਇਸੇ ਤਰ੍ਹਾਂ ਹੀ ਪ੍ਰੋਗਰਾਮ ਚੱਲਿਆ ਕਰੇਗਾ। ਸੋ ਆਪ ਸਾਰੇ ਹੀ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਇਲਾਹੀ ਪ੍ਰਾਪਤ ਕਰਿਆ ਕਰੋ ਜੀ। ਆਓ ਬੜੇ ਪਿਆਰ ਨਾਲ ਗੁਰੂ ਚਰਨਾਂ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨੇ ਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ, ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਹੱਥ ਤੇ ਪੜ ਸਿੰਘ ਦਬਾਇਓ, ਪਿਓ ਚੂਰਨ ਤੋ ਵਹਿ ਬਿਸਲਾਇਓ, ਇੱਕ ਹੱਥ ਤੇ ਪੜ ਸਿੰਘ ਦਬਾਇਓ, ਪਿਓ ਚੂਰਨ ਤੋ ਬਹੁ ਬਿਲ ਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸੰਧਿਆ ਸਮੇਂ ਸਿੱਖ ਇਤਿਹਾਸ ਦੀ ਲੜੀਵਾਰ ਕਥਾ ਦੇ ਅੰਦਰ ਆਪ ਸਭ ਹਾਜ਼ਰੀ ਭਰ ਰਹੇ ਹੋ। ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ। ਬੀਤੇ ਦਿਨਾਂ ਵਿੱਚ ਸਰਵਣ ਕੀਤਾ ਕਿ ਜਦੋਂ ਪੰਜਾਬ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਪਹਾੜਾਂ ਦੇ ਉੱਤੇ ਜਿੱਤ ਪਾਉਣ ਵਾਸਤੇ ਗਏ ਤੇ ਸਭ ਤੋਂ ਪਹਿਲਾਂ ਕਹਿਲੂਰ ਦੀ ਰਿਆਸਤ ਨੂੰ ਵੰਗਾਰਿਆ ਤੇ ਕਹਿਲੂਰ ਦੇ ਰਾਜੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਤੁਸੀਂ ਆਪਣੇ ਭਾਵੇਂ 1000 ਸਿਪਾਹੀ ਭੇਜ ਦਿਓ
ਤੇ ਆਪਣੇ ਮੰਨੇ ਪ੍ਰਮੰਨੇ ਉਹ 5 ਜਰਨੈਲ ਭੇਜੋ ਜਿਨ੍ਹਾਂ ਨੂੰ ਕੋਈ ਅੱਜ ਤੱਕ ਜਿੱਤ ਨਹੀਂ ਸਕਿਆ। ਇੱਕ ਪਾਸੇ ਤੁਹਾਡੇ 5 ਜਰਨੈਲ ਹੋਣਗੇ, ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਹੋਣਗੇ, ਤੇ ਇਧਰੋਂ ਇੱਕ ਗੁਰੂ ਕਾ ਸਿੱਖ ਆਵੇਗਾ। ਉਸ ਗੁਰੂ ਕੇ ਸਿੱਖ ਦਾ ਮੁਕਾਬਲਾ ਕਰਕੇ ਵਿਖਾਇਓ। ਜੇ ਸਿੱਖ ਹਾਰ ਗਿਆ ਤੇ ਵਾਪਸ ਚਲੇ ਜਾਵਾਂਗੇ, ਜੋ ਕਹੋਗੇ ਦਵਾਂਗੇ, ਤੇ ਜੇ ਤੁਸੀਂ ਹਾਰ ਗਏ ਤੇ ਫਿਰ ਤੁਹਾਨੂੰ ਉਹ ਕਰਨਾ ਪਵੇਗਾ ਜੋ ਖਾਲਸਾ ਕਹੇਗਾ। ਖਾਲਸਾ ਜੀ ਹੰਕਾਰ ਵਿੱਚ ਸ਼ਰਤ ਮੰਨ ਬੈਠੇ ਕਿ ਸਾਡੇ 5 ਜਰਨੈਲ ਆਉਣਗੇ, ਫੌਜ ਆਵੇਗੀ, ਤੇ ਦੂਸਰੇ ਬੰਨਿਓ ਕੇਵਲ ਇੱਕ ਸਿੱਖ ਆਵੇਗਾ। ਤੇ ਉਸ ਵਕਤ ਭਾਈ ਬਾਗੜ ਸਿੰਘ ਜੀ, ਉਹ ਗੁਰੂ ਦਸ਼ਮੇਸ਼ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਉਹਨਾਂ 5 ਜਰਨੈਲਾਂ ਦਾ ਮੁਕਾਬਲਾ ਕਰਨ ਵਾਸਤੇ ਗਏ। ਤੇ ਮੁਕਾਬਲਾ ਕਿਸ ਤਰ੍ਹਾਂ ਹੋਇਆ ਉਹ ਅੱਜ ਆਪਾਂ ਸਰਵਣ ਕਰਾਂਗੇ। ਪਰ ਬੇਨਤੀ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਹੱਥ ਤੇ ਪੜ ਸਿੰਘ ਦਬਾਇਓ। ਜਦੋਂ 5 ਜਰਨੈਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿਪਾਹੀ ਆ ਗਏ ਤੇ ਭਾਈ ਬਾਗੜ ਸਿੰਘ ਜੀ ਸਾਰਿਆਂ ਦੇ ਵਿਚਕਾਰ ਜਾ ਕਰਕੇ ਖੜੇ ਹੋ ਗਏ। ਤੇ ਭਾਈ ਬਾਗੜ ਸਿੰਘ ਨੇ ਕਿਹਾ ਕਿ ਤੁਹਾਡੇ ਵਿੱਚ ਜੇ ਹਿੰਮਤ ਹੈ ਤੇ ਕੋਈ ਇੱਕ ਜਾਣਾ ਆ ਕਰਕੇ ਮੇਰੇ ਪੈਰ ਨੂੰ ਹਿਲਾ ਕੇ ਵਿਖਾਓ, ਪੈਰ ਦਾ ਅੰਗੂਠਾ ਵੀ ਹਿਲਾ ਕੇ ਵਿਖਾ ਦਿਓ ਤੇ ਮੈਂ ਹਾਰ ਮੰਨ ਲਵਾਂਗਾ। ਹੁਣ ਪਤਾ ਸੀ ਵੀ ਇੰਨੇ ਭਰੋਸੇ ਦੇ ਨਾਲ ਜੇ ਗੁਰੂ ਕਾ ਸਿੱਖ ਕਹਿ ਰਿਹਾ ਵੀ ਮੇਰਾ ਪੈਰ ਹਿਲਾ ਕੇ ਵਿਖਾਓ, ਤੇ ਹਿਲਾਉਣਾ ਕੋਈ ਸੌਖੀ ਬਾਤ ਨਹੀਂ। ਕਹਿੰਦੇ ਸਾਰਿਆਂ ਨੇ ਬਹਾਨਾ ਲਾ ਲਿਆ ਕਿ ਅਸੀਂ ਯੋਧੇ ਆਂ ਤੇ ਤੇਰੇ ਚਰਨੀ ਹੱਥ ਨਹੀਂ ਲਾਵਾਂਗੇ, ਤੂੰ ਸਾਨੂੰ ਝੁਕਾਉਣਾ ਚਾਹੁੰਦਾ। ਭਾਈ ਬਾਗੜ ਸਿੰਘ ਨੇ ਕਿਹਾ ਠੀਕ ਹੈ, ਜੇ ਪੈਰੀ ਹੱਥ ਨਹੀਂ ਲਾਉਣਾ ਫਿਰ ਦੱਸੋ ਕੀ ਕਰਨਾ। ਕਹਿੰਦੇ ਦਸਤ ਪੰਜਾ ਕਰਨਾ ਹੈ, ਪੰਜਾ ਲੜਾਉਣਾ ਹੈ। ਭਾਈ ਬਾਗੜ ਸਿੰਘ ਨੇ ਕਿਹਾ ਮੈਂ ਤੇ ਤੁਹਾਨੂੰ ਸੁਖੈਲਾ ਕੰਮ ਦੱਸਿਆ ਸੀ, ਪਰ ਜੇ ਪੰਜਾ ਹੀ ਲੜਾਉਣਾ ਤੇ ਫਿਰ ਆਪਣੇ ਵਿੱਚੋਂ ਕੋਈ ਜਰਨੈਲ ਭੇਜੋ। ਤੇ ਕਹਿੰਦੇ ਉਹਨਾਂ ਦੇ ਵਿੱਚੋਂ ਇੱਕ ਜਰਨੈਲ ਆਇਆ। ਜਦੋਂ ਭਾਈ ਬਾਗੜ ਸਿੰਘ ਵੱਲ ਹੱਥ ਵਧਾਇਆ, ਕਹਿੰਦੇ ਭਾਈ ਬਾਗੜ ਸਿੰਘ ਨੇ ਹੱਥ ਫੜ ਕੇ ਇੰਨੇ ਕੇ ਜ਼ੋਰ ਦੇ ਨਾਲ ਉਹਦਾ ਹੱਥ ਦਬਾਇਆ, ਭਿਓ ਚੂਰਨ ਤੋਂ ਉਹ ਬਿਲ ਲਾਇਓ, ਕਿ ਉਹਦੇ ਹੱਥ ਦੀ ਹੱਡੀ ਚੂਰਨ ਬਣ ਗਈਆਂ। ਕਹਿੰਦੇ ਭਾਈ ਬਾਗੜ ਸਿੰਘ ਨੇ ਇੰਨੀ ਕੇ ਜ਼ੋਰ ਦੇ ਨਾਲ ਹੱਥ ਤੋਂ ਪਕੜਿਆ ਕਿ ਹੱਥ ਦੀਆਂ ਹੱਡੀਆਂ ਚੂਰਾ ਬਣ ਗਈਆਂ। ਹਾਏ ਹਾਏ ਕਰ ਮੂੰਹ ਉਚਾਰੀ। ਤੇ ਜਿਹੜਾ ਜਰਨੈਲ ਸਿੱਖ ਨੂੰ ਜਿੱਤਣ ਆਇਆ ਸੀ, ਜਦੋਂ ਆਪਣੇ ਹੱਥ ਦੀਆਂ ਹੱਡੀਆਂ ਚੂਰਨ ਹੁੰਦੀਆਂ ਵੇਖ ਲਈਆਂ, ਕਹਿੰਦੇ ਹਾਏ ਹਾਏ ਕਰਦਾ, ਰੋਲਾ ਪਾਉਂਦਾ ਕਿ ਕੋਈ ਸਿੱਖ ਤੋਂ ਮੈਨੂੰ ਬਚਾ ਲਓ, ਛੱਡੋ ਖਾਲਸਾ ਸ਼ਰਨ ਤੁਮਾਰੀ। ਤੇ ਜਿਹੜੇ ਸਿੱਖ ਨੂੰ ਮਾਰਨ ਵਾਸਤੇ ਆਇਆ ਸੀ ਉਸੇ ਸਿੱਖ ਦੇ ਸਾਹਮਣੇ ਹੱਥ ਜੋੜ ਕੇ ਕਹਿੰਦਾ ਖਾਲਸਾ ਜੀ ਮੈਨੂੰ ਛੱਡ ਦਿਓ, ਮੈਂ ਤੇ ਤੁਹਾਡੀ ਸ਼ਰਨੀ ਆਇਆ ਹਾਂ। ਛੱਡ ਬਾਗੜ ਸਿੰਘ ਉਸ ਜੋ ਕਹਿਓ। ਤੇ ਕਹਿੰਦੇ ਭਾਈ ਬਾਗੜ ਸਿੰਘ ਨੇ ਹੱਥ ਛੱਡ ਦਿੱਤਾ। ਤੇ ਹੱਥ ਛੱਡ ਕੇ ਭਾਈ ਬਾਗੜ ਸਿੰਘ ਫਿਰ ਕਹਿਣ ਲੱਗੇ, ਇਮ ਚਾਹਤ ਚਰਨਨ ਲਗਵਈਓ। ਭਾਈ ਬਾਗੜ ਸਿੰਘ ਕਹਿੰਦੇ ਮੈਂ ਇਸੇ ਕਰਕੇ ਕਿਹਾ ਸੀ ਕਿ ਮੇਰਾ ਪੈਰ ਹਿਲਾ ਕੇ ਵੇਖ ਲਿਓ, ਪਰ ਤੁਸੀਂ ਖੁਦ ਹੀ ਕਿਹਾ ਵੀ ਦਸਤ ਪੰਜਾ ਕਰਨਾ। ਫਿਰ ਕਹਿੰਦੇ ਸਿੰਘਾਂ ਦੇ ਹੱਥ ਤੇ ਇੰਨੇ ਤਗੜੇ ਹੀ ਹੁੰਦੇ ਆ। ਆਂਦੇ ਮੈਂ ਇਸੇ ਕਰਕੇ ਕਿਹਾ ਸੀ ਕਿ ਪੈਰੀ ਆ ਕਰਕੇ ਵੇਖ ਲਓ। ਜੋ ਉਠ ਗੋ ਨਹੀਂ ਤੋ ਮਰਿਓ ਨਾ ਕੋਨ ਤੋ ਨਹੀਂ। ਕਿਉਂਕਿ ਜੇ ਪੈਰ ਨਾ ਵੀ ਹਿਲਾਇਆ ਗਿਆ, ਘੱਟੋ ਘੱਟ ਤੁਹਾਡੀ ਜਾਨ ਤੇ ਬਚ ਜਾਵੇਗੀ। ਪਰ ਜੇ ਕਿਤੇ ਗੁਰੂ ਕੇ ਸਿੱਖਾਂ ਨਾਲ ਪੰਜਾ ਲੜਾਉਣ ਆ ਗਏ, ਦਸਤ ਪੰਜੇ ਕਰਨ ਆ ਗਏ, ਤੇ ਕਹਿੰਦੇ ਸਿੱਖਾਂ ਤੋਂ ਬਚ ਕੇ ਨਹੀਂ ਜਾ ਸਕੋਗੇ। ਚਰਨ ਛੂਹੇ ਘਰ ਜੀਵ ਤੋ ਜਾਹੀ। ਪੈਰ ਨਾ ਵੀ ਹਿਲਾਇਆ ਗਿਆ, ਘੱਟੋ ਘੱਟ ਖਾਲਸੇ ਦੀ ਸ਼ਰਨੀ ਪੈ ਕੇ ਘਰ ਜਿਉਂਦੇ ਤੇ ਜਾ ਸਕੋਗੇ। ਪ੍ਰਿਤ ਮੈਂ ਏਕ ਲੱਗੋ ਚਰਨ ਆਣ। ਕਹਿੰਦੇ ਖਾਲਸਾ ਜੀ ਸਾਰੀ ਫੌਜ ਮੰਨ ਗਈ ਵੀ ਚਲੋ ਕਿਉਂ ਨਾ ਪੈਰ ਹਿਲਾਉਣ ਵਾਲਾ ਮੁਕਾਬਲਾ ਕਰ ਲਈਏ। ਹੁਣ ਮੈਦਾਨ ਦੇ ਵਿੱਚ ਭਾਈ ਬਾਗੜ ਸਿੰਘ ਖੜ ਗਏ ਤੇ ਕਹਿੰਦੇ ਵੀ ਇੱਕ ਪੈਰ ਹਿਲਾ, ਅੰਗੂਠਾ ਹਿਲਾ ਕੇ ਵਿਖਾ ਦਿਓ ਤੇ ਮੈਂ ਹਾਰ ਜਾਵਾਂਗਾ। ਉਹਨਾਂ ਨੇ ਸ਼ਰਤ ਮੰਨ ਲਈ। ਤੇ ਹੁਣ ਕਹਿੰਦੇ ਜਿਹੜਾ ਪਹਿਲਾ ਜਰਨੈਲ ਆਇਆ ਨਾ,
ਉਹ ਭਾਈ ਬਾਗੜ ਸਿੰਘ ਦਾ ਪੈਰ ਆ ਕੇ ਹਿਲਾਉਣ ਲੱਗਾ, ਪਰ ਖਾਲਸਾ ਜੀ ਪੈਰ ਤਾਂ ਕੀ ਅੰਗੂਠਾ ਵੀ ਨਾ ਹਿਲਾਇਆ ਗਿਆ। ਫਿਰ ਦੂਏ ਤੀਏ ਲਾਇਓ ਤਾਨ। ਜਦੋਂ ਇੱਕ ਜਰਨੈਲ ਤੋਂ ਪੈਰ ਨਾ ਹਿਲਾਇਆ ਗਿਆ, ਉਹਨੇ ਨਾਲ ਦੇ ਜਰਨੈਲਾਂ ਨੂੰ ਆਵਾਜ਼ ਮਾਰੀ, ਭਾਈ ਮੇਰੇ ਇਕੱਲੇ ਦਾ ਕੰਮ ਨਹੀਂ, ਤੁਸੀਂ ਵੀ ਦੋਵੇਂ ਆਓ ਤੇ ਆਓ ਆਪਾਂ ਇਹਦਾ ਪੈਰ ਹਿਲਾਈਏ ਤੇ ਪੈਰਾਂ ਤੋਂ ਪਕੜ ਕੇ ਜ਼ਮੀਨ ਤੇ ਗੇਰੀਏ। ਕਹਿੰਦੇ ਇੱਕ ਤੋਂ ਹਿਲਾਇਆ ਨਹੀਂ ਗਿਆ, ਫਿਰ ਦੋ ਹੋਰ ਆਏ, ਪਰ ਉਹਨਾਂ ਤੋਂ ਵੀ ਭਾਈ ਬਾਗੜ ਸਿੰਘ ਦੇ ਪੈਰ ਦੀ ਨਿੱਕੀ ਜਿਹੀ ਉਂਗਲੀ ਵੀ ਨਾ ਹਿਲਾਈ ਗਈ। ਫਿਰ ਚੌਥੇ ਉਨ ਲਿਓ ਬੁਲਾਏ। ਕਹਿੰਦੇ ਜਦੋਂ ਤਿੰਨਾਂ ਤੋਂ ਨਾ ਕੁਝ ਬਣਿਆ, ਫਿਰ ਚੌਥੇ ਨੂੰ ਆਵਾਜ਼ ਮਾਰੀ ਕਿ ਭਾਈ ਤੂੰ ਵੀ ਆ ਜਾ, ਆ ਕੇ ਸਾਡੀ ਮਦਦ ਕਰ, ਭਾਈ ਬਾਗੜ ਸਿੰਘ ਦਾ ਪੈਰ ਚੁੱਕੀਏ। ਪਰ ਖਾਲਸਾ ਜੀ ਚਾਰੇ ਇਕੱਠੇ ਹੋ ਗਏ, ਪਰ ਕਿੰਨਾ ਕੇ ਜਜ਼ਬਾ, ਕਿੰਨੀ ਕੇ ਤਾਕਤ, ਕਿੰਨੀ ਕੇ ਸਰੀਰ ਦੇ ਵਿੱਚ ਜਾਨ ਹੋਵੇਗੀ ਉਸ ਗੁਰੂ ਕੇ ਸਿੱਖ ਦੇ ਕਿ ਚਾਰ ਜਰਨੈਲ ਆ ਕੇ ਪੈਰ ਹਿਲਾਉਣਾ ਚਾਹੁੰਦੇ ਆ, ਪਰ ਉਸ ਸਿੱਖ ਦੇ ਪੈਰ ਦੀ ਨਿੱਕੀ ਜਿਹੀ ਉਂਗਲੀ ਵੀ ਨਾ ਹਿਲਾਈ ਗਈ। ਇੰਨੀ ਤਾਕਤ ਦੇ ਮਾਲਕ ਨੇ ਗੁਰੂ ਕੇ ਸਿੱਖ। ਐਸੇ ਐਸੇ ਜਰਨੈਲਾਂ ਦੇ ਸੂਰਮਿਆਂ ਤੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਇਹਨਾਂ ਦੀ ਵਿਰਾਸਤ ਤੋਂ ਅਸੀਂ ਤਾਲੁਕਾਤ ਰੱਖਦੇ ਹਾਂ। ਇਹ ਸਾਡੇ ਬਜ਼ੁਰਗ ਨੇ, ਸਾਡੇ ਵੱਡੇ ਵਡੇਰੇ ਨੇ, ਜਿਨ੍ਹਾਂ ਦੇ ਪੈਰ ਦੇ ਅੰਗੂਠੇ ਹਿਲਾਉਣ ਦੀ ਤਾਕਤ ਵੀ ਫੌਜਾਂ ਵਿੱਚ ਨਹੀਂ ਸੀ। ਪੰਜਵੋਂ ਬੇਹੋਤ ਹੱਥ ਤੁੜਾਏ। ਤੇ ਕਹਿੰਦੇ ਜਿਹੜਾ ਪੰਜਵਾਂ ਜਰਨੈਲ ਹੱਥ ਤੜਵਾ ਕਰਕੇ ਬੈਠਾ ਹੋਇਆ ਸੀ, ਉਹ ਹੱਸਣ ਲੱਗ ਪਿਆ। ਕਹਿੰਦਾ ਮੈਂ ਤੇ ਪਹਿਲਾਂ ਹੀ ਕਿਹਾ ਸੀ ਕਿ ਮੈਂ ਤਾਂ ਹੱਥ ਤੁੜਵਾ ਕੇ ਬੈਠ ਗਿਆ ਤੇ ਤੁਸੀਂ ਨਾ ਜਾਓ, ਪਰ ਤੁਸੀਂ ਟਲੇ ਨਹੀਂ ਤੇ ਹੁਣ ਸ਼ਰਮਿੰਦੇ ਹੋ ਕੇ ਵਾਪਸ ਆ ਰਹੇ ਹੋ। ਦੋਹਰਾ ਜਿਮ ਜਿਮ ਘੁੰਮ ਝੁੰਮ ਝੁੰਮ ਚੁਕੇ ਤਿਮ ਤਿਮ ਡੂੰਗ ਗਡਾਏ। ਕਹਿੰਦੇ ਚਾਰੇ ਜਰਨੈਲਾਂ ਨੇ ਹੋਰ ਸਿਪਾਹੀ ਨਾਲ ਲੈ ਲਏ ਤੇ ਸਾਰੇ ਜਾਣੇ ਇਕੱਠੇ ਹੋ ਕੇ ਕੋਈ ਗੋਡਿਆਂ ਤੋਂ, ਕੋਈ ਲੱਤਾਂ ਤੋਂ, ਕੋਈ ਗਿੱਟਿਆਂ ਤੋਂ ਪਕੜ ਕਰਕੇ ਜ਼ੋਰ ਲਾਵੇ ਵੀ ਕਿਤੇ ਪੈਰ ਜ਼ਮੀਨ ਤੋਂ ਚੁੱਕਿਆ ਜਾਵੇ। ਪਰ ਖਾਲਸਾ ਜੀ ਉੱਥੇ ਕਹਿੰਦੇ ਜ਼ੋਰ ਤਾਂ ਬੜਾ ਲਾਇਆ ਉਹਨਾਂ ਨੇ, ਪਰ ਕਹਿੰਦੇ ਭਾਈ ਬਾਗੜ ਸਿੰਘ ਦਾ ਪੈਰ ਹਿਲਾ ਨਾ ਸਕੇ। ਜੈਸੇ ਅੰਗਦ ਪਦ ਪੇ ਉਗਾੜ ਸੋ ਲੰਕਾ ਮਾਹੇ। ਕਹਿੰਦੇ ਜਿਸ ਤਰ੍ਹਾਂ ਰਾਵਣ ਦੀ ਕਚਹਿਰੀ ਵਿੱਚ ਅੰਗਦ ਨੇ ਜਾ ਕਰਕੇ ਪੈਰ ਗੱਡ ਦਿੱਤਾ, ਉਸੇ ਤਰ੍ਹਾਂ ਭਾਈ ਬਾਗੜ ਸਿੰਘ ਨੇ ਪੈਰ ਗੱਡ ਦਿੱਤਾ ਤੇ ਕਿਸੇ ਤੋਂ ਵੀ ਪੈਰ ਦਾ ਅੰਗੂਠਾ ਵੀ ਨਾ ਹਿਲਾਇਆ ਗਿਆ। ਜੋ ਪਈ ਤੋ ਬਾਗੜ ਸਿੰਘ ਐਸੇ ਉਚਾਰਾ। ਫਿਰ ਕਹਿੰਦੇ ਭਾਈ ਬਾਗੜ ਸਿੰਘ ਨੇ ਉਹਨਾਂ ਜਰਨੈਲਾਂ ਵੱਲ ਵੇਖ ਕੇ ਹੱਸ ਕੇ ਇੱਕ ਬਚਨ ਕੀਤਾ, ਸਭ ਚੱਲ ਆਵੋ ਤੁਮ ਬਲ ਸਾਰਾ। ਜਿਹੜੇ ਪਿੱਛੇ ਹੋਰ ਸਿਪਾਹੀ ਹਜ਼ਾਰਾਂ ਦੀ ਗਿਣਤੀ ਵਿੱਚ ਖੜੇ ਸਨ, ਭਾਈ ਬਾਗੜ ਸਿੰਘ ਨੇ ਕਿਹਾ ਵੀ ਤੁਸੀਂ ਵੀ ਆ ਜਾਓ। ਕਿਤੇ ਮਨ ਵਿੱਚ ਸੋਚਦੇ ਹੋਵੋ ਕਿ ਜੇ ਅਸੀਂ ਚਲੇ ਜਾਂਦੇ ਤੇ ਜਿੱਤ ਜਾਂਦੇ, ਆ ਜਾਓ ਤੁਸੀਂ ਵੀ ਆ ਕੇ ਆਪਣੀ ਤਾਕਤ ਵਿਖਾਓ। ਹੋਏ ਸ਼ਰਮਿੰਦੇ ਸੋ ਮੁੜ ਗਏ ਡੇਰੇ। ਕਹਿੰਦੇ ਆਏ ਬੜੇ ਚਾਅ ਨਾਲ, ਭਾਈ ਬਾਗੜ ਸਿੰਘ ਨੂੰ ਆ ਕਰਕੇ ਪਕੜਦੇ ਨੇ ਕਿ ਸਾਰੇ ਜਾਣੇ ਜ਼ੋਰ ਲਾ ਕੇ, ਇੱਕ ਵਾਰ ਦੇ ਵਿੱਚ ਜ਼ੋਰ ਲਾ ਕੇ ਭਾਈ ਬਾਗੜ ਸਿੰਘ ਦਾ ਪੈਰ ਹਿਲਾ ਦੇਵਾਂਗੇ, ਕਿੱਡੀ ਕੇ ਗੱਲ ਹੈ। ਪਰ ਖਾਲਸਾ ਜੀ ਉਹ ਚਾਰੇ ਜਰਨੈਲ ਤੇ ਹਜ਼ਾਰਾਂ ਸਿਪਾਹੀ ਭਾਈ ਬਾਗੜ ਸਿੰਘ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੇ, ਪਰ 1 ਇੰਚ ਵੀ ਭਾਈ ਬਾਗੜ ਸਿੰਘ ਦਾ ਪੈਰ ਨਹੀਂ ਹਿਲਦਾ। ਸੋ ਵੇਖੋ ਕਿੰਨੀ ਕੇ ਤਾਕਤ, ਕਿੰਨੀ ਕੇ ਜਾਨ ਤੇ ਕਿੰਨਾ ਕੇ ਜਜ਼ਬਾ ਉਹਨਾਂ ਗੁਰੂ ਕੇ ਸਿੱਖਾਂ ਦੇ ਅੰਦਰ ਹੋਵੇਗਾ। ਸੋ ਐਸੇ ਐਸੇ ਕਰਨੀ ਵਾਲੇ, ਐਸੇ ਐਸੇ ਤਾਕਤਵਰ ਗੁਰੂ ਕੇ ਸਿੱਖ ਹੋਏ ਨੇ। ਭੱਜੇ ਇਮ ਜਿਮ ਛੁੱਟੇ ਅੱਜ ਸ਼ੇਰੇ। ਕਹਿੰਦੇ ਜਦੋਂ ਪੈਰ ਨਾ ਹਿਲਾਇਆ ਗਿਆ, ਵਾਪਸ ਇਸ ਤਰ੍ਹਾਂ ਭੱਜੇ ਜਿਵੇਂ ਬੱਬਰ ਸ਼ੇਰ ਦੇ ਪਿੰਜਰੇ ਦੇ ਵਿੱਚੋਂ, ਬੱਬਰ ਸ਼ੇਰ ਦੀ ਕੈਦ ਦੇ ਵਿੱਚੋਂ ਕੋਈ ਭੇਡ ਬੱਕਰੀ ਭੱਜਦੀ ਹੈ ਜਾਨ ਬਚਾ ਕਰਕੇ। ਔਰ ਬਚਨ ਬੰਦੇ ਫਰਮਾਇਆ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਬਚਨ ਕੀਤਾ। ਔਰ ਬਾਤ ਕੋ ਲਿਓ ਪਰਤਾਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਉਹਨਾਂ ਜਰਨੈਲਾਂ ਨੂੰ ਕਿ ਜੇ ਹੋਰ ਵੀ ਕੋਈ ਗੱਲ ਪਰਤਾਉਣੀ ਹੈ, ਪਰਖ ਕਰਨੀ ਹੈ, ਤੇ ਉਹ ਪਰਖ ਵੀ ਆ ਕਰਕੇ ਕਰ ਲਓ। ਹਮ ਅਜ ਦੇ ਹਮ ਅਬ ਦੇਤ ਦੁਜ ਤੁਜਾ ਗੜਾਈ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ, ਆ ਮੈਂ ਕਹਿਲੂਰ ਦੀ ਪਹਾੜੀ ਤੇ ਤੁਹਾਡੀ ਰਿਆਸਤ ਦੇ ਵਿੱਚ ਨਿਸ਼ਾਨ ਸਾਹਿਬ ਚਲਾਉਣ ਲੱਗਾ ਹਾਂ। ਤੁਮ ਬਲ ਕਰ ਸਭ ਦੇਹੋ ਗਿਰਾਈ। ਤੇ ਜੇ ਤੁਹਾਡੇ ਵਿੱਚ ਤਾਕਤ ਹੈ, ਆ ਮੈਂ ਗੁਰੂ ਕਾ ਨਿਸ਼ਾਨ ਪਹਾੜੀ ਤੇ ਚਲਾ ਰਿਆਂ, ਤੇ ਆ ਕਰਕੇ ਕੋਈ
ਇੱਕ ਵੀ ਜਰਨੈਲ ਜਾਂ ਤੁਹਾਡੇ ਸਾਰੇ ਸਿਪਾਹੀ ਮੇਰੇ ਇਸ ਚਲਾਏ ਹੋਏ ਨਿਸ਼ਾਨ ਸਾਹਿਬ ਨੂੰ ਪੁੱਟ ਕੇ ਵਿਖਾਉਣ। ਸੋ ਬਾਤ ਜੋ ਮਨ ਕਹੀ। ਕਹਿੰਦੇ ਸਾਰੇ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਨੂੰ ਸੁਣ ਕੇ ਮੰਨ ਗਏ ਵੀ ਨਿਸ਼ਾਨ ਸਾਹਿਬ ਪੁੱਟਣਾ ਕਿੰਨੀ ਕਿ ਔਖੀ ਗੱਲ ਹੋਵੇਗੀ, ਪਟਿਆ ਜਾਵੇਗਾ। ਸੋਚਈਏ ਦੂਰ ਤੁਮ ਡੇਰੋੜ ਗੜਵਈ। ਪਰ ਕਹਿੰਦੇ ਬੰਦਾ ਸਿੰਘ ਬਹਾਦਰ ਨੂੰ ਵੀ ਨਿਸ਼ਾਨ ਸਾਹਿਬ ਵਾਲਾ ਮੁਕਾਬਲਾ ਕਰ ਤਾਂ ਲਾਂਗੇ, ਪਰ ਨਿਸ਼ਾਨ ਸਾਹਿਬ ਉੱਥੇ ਚਲਾ ਜਿੱਥੇ ਤੇਰਾ ਡੇਰਾ ਨਾ ਹੋਵੇ। ਹੁਣ ਇੱਕ ਪਾਸੇ ਡਰਦੇ ਵੀ ਨੇ ਬੰਦਾ ਸਿੰਘ ਬਹਾਦਰ ਤੋਂ, ਉਹਦੇ ਚਿਹਰੇ ਤੇ ਪ੍ਰਤਾਪ ਇੰਨਾ ਕਿ ਡਰ ਦੇ ਨੇੜੇ ਵੀ ਨਹੀਂ ਜਾਂਦੇ। ਤੇ ਖਾਲਸਾ ਜੀ ਕਹਿਣ ਲੱਗੇ ਵੀ ਜਿੱਥੇ ਬੰਦਾ ਸਿੰਘ ਬਹਾਦਰ ਤੇਰਾ ਡੇਰਾ ਨਹੀਂ, ਉਸ ਥਾਂ ਦੇ ਉੱਤੇ ਨਿਸ਼ਾਨ ਸਾਹਿਬ ਚਲਾ, ਫਿਰ ਅਸੀਂ ਤੈਨੂੰ ਪੱਟ ਕੇ ਜਿੱਤ ਕੇ ਵਿਖਾਵਾਂਗੇ। ਤੋ ਸਭ ਰਾਜੇ ਹਮ ਦੇਖਣ ਆਏ। ਤੇ ਜਦੋਂ ਅਸੀਂ ਮੁਕਾਬਲਾ ਕਰਾਂਗੇ ਸਾਡੀ ਰਿਆਸਤ ਦੇ ਰਾਜੇ ਵੀ ਆ ਕਰਕੇ ਮੁਕਾਬਲਾ ਵੇਖਣਗੇ। ਸਾਚ ਝੂਠ ਤੁਮ ਲੇਹ ਪਰਤਾਏ। ਤੇ ਉਦੋਂ ਫਿਰ ਸੱਚ ਝੂਠ ਦਾ ਨਤਾਰਾ ਹੋ ਜਾਵੇਗਾ। ਫਿਰ ਬੰਦੇ ਜੀ ਐਸੇ ਉਚਾਰੀ। ਤਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਬਚਨ ਕੀਤਾ, ਤੁਮ ਆਓ ਸਭ ਲੈ ਤਲਵਾਰੀ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਆ ਜਾਓ, ਕੋਈ ਪਰਵਾਹ ਨਹੀਂ, ਸਾਰੇ ਆਪਣੀਆਂ ਤਲਵਾਰਾਂ ਸ਼ਸਤਰ ਲੈ ਕੇ ਆ ਜਾਓ। ਜੇਕਰ ਤੁਮ ਤੇ ਪਟੀ ਨਾ ਜਾਏ। ਤੇ ਜੇ ਤੁਹਾਡੇ ਤੋਂ ਨਿਸ਼ਾਨ ਸਾਹਿਬ ਨਾ ਪਟਿਆ ਗਿਆ, ਉਸ ਕੋ ਤੇਗਨ ਸਿਉ ਸੁਟੋ ਕਟਾਏ। ਤੇ ਜਿਹੜਾ ਵੀ ਇਸ ਮੁਕਾਬਲੇ ਵਿੱਚ ਹਾਰ ਗਿਆ ਉਹ ਫਿਰ ਮੈਂ ਖਾਲਸੇ ਦੀ ਤੇਗ ਦੇ ਨਾਲ ਵੱਢ ਕੇ ਦਰਿਆ ਵਿੱਚ ਸੱਟ ਦਿਆਂਗਾ। ਜੋ ਤੁਮ ਪਟ ਸਭ ਨਹਿ ਸਕੋ ਤੋ ਇੱਕ ਤੋਂ ਕੱਟ ਦਿਓ ਲਾਸ਼। ਤੇ ਜੇ ਤੁਹਾਡੇ ਸਾਰਿਆਂ ਤੋਂ ਵੀ ਨਿਸ਼ਾਨ ਸਾਹਿਬ ਨਾ ਪਟਿਆ ਗਿਆ, ਫਿਰ ਆਪਣੇ ਆਪ ਹੀ ਇੱਕ ਦੂਸਰੇ ਨੂੰ ਮਾਰ ਲਿਓ, ਕਿਤੇ ਮੈਨੂੰ ਨਾ ਮਾਰਨਾ ਪੈ ਜਾਵੇ। ਪਰ ਧਿਆਨ ਨਿਜੇ ਸਿਰ ਵੱਲ ਕਰਿਓ, ਮਤ ਤੁਮਰੋ ਸਿਰ ਹੋਏ ਨਾਸ। ਤੇ ਬੰਦਾ ਸਿੰਘ ਬਹਾਦਰ ਨੇ ਇੱਕ ਛੂਟ ਦੇ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਨਿਸ਼ਾਨ ਸਾਹਿਬ ਨੂੰ ਪਟਣਾ ਤੁਹਾਡੇ ਵੱਸ ਦੀ ਗੱਲ ਨਹੀਂ, ਮੈਂ ਤੁਹਾਨੂੰ ਇੱਕ ਛੋਟ ਦੇਣਾ, ਕਿਉਂਕਿ ਡਰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਜਿਨ੍ਹਾਂ ਰੱਸੀਆਂ ਦੇ ਸਹਾਰੇ ਦੇ ਨਾਲ ਨਿਸ਼ਾਨ ਸਾਹਿਬ ਝੁੱਲ ਰਿਹਾ, ਤੁਹਾਡੇ ਚੋਂ ਜਰਨੈਲ ਆਉਣ ਤੇ ਨਿਸ਼ਾਨ ਸਾਹਿਬ ਜਿਨ੍ਹਾਂ ਰੱਸੀਆਂ ਦੇ ਸਹਾਰੇ ਝੁੱਲਦਾ ਉਹ ਰੱਸੀਆਂ ਨੂੰ ਹੀ ਕੱਟ ਕੇ ਵਿਖਾਉਣ। ਤੇ ਨਾਲੇ ਕਹਿ ਦਿੱਤਾ ਇੱਕ ਗੱਲ ਚੇਤੇ ਰੱਖਿਓ ਕਿ ਜਿਹੜਾ ਰੱਸੀ ਨੂੰ ਕੱਟਣ ਲਈ ਆਵੇਗਾ ਉਹ ਤਲਵਾਰ ਰੱਸੀ ਤੇ ਨਹੀਂ ਚੱਲੇਗੀ, ਤੁਹਾਡੇ ਸਿਰ ਤੇ ਚੱਲੇਗੀ, ਤੁਹਾਡੀ ਗਰਦਨ ਤੇ ਚੱਲੇਗੀ। ਚੌਪਈ ਤਬ ਜਾਏ ਵਕੀਲਨ ਪਰ ਸੁਣਾਈ। ਜਦੋਂ ਇਹ ਗੱਲ ਸੁਣੀ ਵਕੀਲਾਂ ਨੇ, ਵਜ਼ੀਰਾਂ ਨੇ ਜਾ ਕਰਕੇ ਰਾਜਿਆਂ ਨੂੰ ਸੁਣਾ ਦਿੱਤੀ। ਇਤ ਕਲ ਬੰਦੇ ਤਜਾ ਗਡਾਈ। ਦੱਸ ਦਿੱਤਾ ਵੀ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਨਿਸ਼ਾਨ ਸਾਹਿਬ ਚਲਾ ਦਿੱਤਾ ਹੈ। ਸੋ ਸੁਨ ਰਾਜੇ ਅਚੰਬਤ ਭਏ। ਤੇ ਕਹਿੰਦੇ ਜਦੋਂ ਇਹ ਗੱਲ ਸੁਣੀ ਬੇ ਬੰਦਾ ਸਿੰਘ ਬਹਾਦਰ ਨੇ ਐਸੇ ਦ੍ਰਿੜ ਬਚਨ ਕੀਤੇ ਆ, ਸਾਰੇ ਰਾਜੇ ਅਚੰਬਤ ਹੋ ਗਏ, ਹੈਰਾਨ ਹੋ ਗਏ। ਕਹੇ ਬੰਦੋ ਕੁਛ ਡਿਠ ਬੰਦ ਗਏ ਕਹੇ। ਤੇ ਖਾਲਸਾ ਜੀ ਕਹਿਣ ਲੱਗੇ ਕਿ ਬੰਦਾ ਸਿੰਘ ਬਹਾਦਰ ਲੱਗਦਾ ਕੋਈ ਨਾ ਕੋਈ ਮੰਤਰ ਕਰਦਾ ਹੈ। ਦੇਵ ਦੇਵੀ ਨਿਜ ਲੱਗੇ ਮਨਾਵਣ। ਤੇ ਸਾਰੇ ਰਾਜੇ ਕਹਿੰਦੇ ਵੀ ਬੰਦਾ ਸਿੰਘ ਬਹਾਦਰ ਨਾਲ ਪੰਗਾ ਲੈਣ ਤੋਂ ਪਹਿਲਾਂ ਆਪਾਂ ਆਪੋ ਆਪਣੇ ਦੇਵੀ ਦੇਵਤੇ ਮਨਾ ਲਈਏ। ਦੇਵੀ ਦੇਵਤੇ ਮਨਾ ਕਰਕੇ ਜਾਦੂ ਟੂਣਾ ਕਰਕੇ ਫਿਰ ਬੰਦਾ ਸਿੰਘ ਬਹਾਦਰ ਤੇ ਹਮਲਾ ਕਰਾਂਗੇ। ਨਿਜ ਮੰਤਰ ਕੋ ਜਾਪ ਜਪਾਵਨ। ਹੁਣ ਖਾਲਸਾ ਜੀ ਸਾਰੇ ਬਹਿ ਗਏ, ਕਹਿੰਦੇ ਸਾਰੇ ਆਪੋ ਆਪਣੇ ਦੇਵੀ ਦੇਵਤੇ ਪੀਰਾਂ ਦਾ ਧਿਆਨ ਧਰ ਕੇ ਮੰਤਰ ਪੜਨ ਲੱਗ ਪਏ। ਕਹੇ ਸਵਾ ਪਹਿਰੋਂ ਬਾਧ ਹੈ ਆਵੈ। ਤੇ ਜਿਹੜੇ ਮੰਤਰ ਪੜਦੇ ਸੀ ਉਹਨਾਂ ਨੂੰ ਪਤਾ ਕਿ ਬੰਦਾ ਸਿੰਘ ਬਹਾਦਰ ਨੂੰ ਜਿੱਤਿਆ ਤਾਂ ਜਾ ਨਹੀਂ ਸਕਦਾ। ਉਹਨਾਂ ਨੇ ਫਿਰ ਖਾਲਸਾ ਜੀ ਗੱਲ ਟਾਲ ਦਿੱਤੀ। ਉਹ ਕਹਿੰਦੇ ਵੀ ਇਸ ਤਰ੍ਹਾਂ ਕਰੋ, ਸਵਾ ਪਹਿਰ ਬਾਅਦ ਜਾ ਕਰਕੇ ਫਿਰ ਬੰਦਾ ਸਿੰਘ ਬਹਾਦਰ ਤੇ ਹਮਲਾ ਕਰਿਓ। ਬੰਦੇ ਮੰਤਰ ਕੋ ਬੇਹੋ ਕਰਾਵੇ। ਕਿਉਂਕਿ ਦਿਨ ਦੇ ਵਿੱਚ ਬੰਦਾ ਸਿੰਘ ਬਹਾਦਰ ਕੋਲ ਤਾਕਤ ਆ ਜਾਂਦੀ ਹੈ, ਇਹਦੇ ਮੰਤਰ ਕੰਮ ਕਰਨ ਲੱਗ ਜਾਂਦੇ ਨੇ। ਜਦੋਂ ਰਾਤ ਹੋਵੇਗੀ ਤੇ ਬੰਦਾ ਸਿੰਘ ਬਹਾਦਰ ਦੀ ਤਾਕਤ ਘਟ ਜਾਵੇਗੀ, ਇਸ ਕਰਕੇ ਬੰਦਾ ਸਿੰਘ ਬਹਾਦਰ ਤੇ ਰਾਤ ਨੂੰ ਹਮਲਾ ਕਰਾਂਗੇ। ਕਹੇ ਪੁੱਟੇ ਹਮ ਕਲ ਕੋ ਆਣ। ਤੇ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਜਾ ਕਰਕੇ ਸਾਰੇ ਰਾਜੇ ਤੇ ਵਜ਼ੀਰ ਕਿ ਬੰਦਾ ਸਿੰਘ ਬਹਾਦਰ ਸਾਨੂੰ ਮੁਕਾਬਲਾ ਮਨਜ਼ੂਰ ਹੈ ਨਿਸ਼ਾਨ ਸਾਹਿਬ ਵਾਲਾ, ਪਰ ਅਸੀਂ ਅੱਜ ਨਹੀਂ ਪਟਾਂਗੇ, ਕੱਲ ਆ ਕਰਕੇ ਪਟਾਂਗੇ ਸਵਾ ਪਹਿਰ ਬਾਅਦ।
ਉਤੋ ਬੰਦੋ ਜੀ ਜਾਣੀ ਜਾਣ। ਤੇ ਇਧਰੋਂ ਬੰਦਾ ਸਿੰਘ ਬਹਾਦਰ ਵੀ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ। ਬਚਨ ਕਰਨ ਲੱਗੇ, ਤੁਸੀਂ ਰਾਤ ਲੁਕ ਕੇ ਪਟਿਓ ਚਾਹੋ। ਬੰਦਾ ਸਿੰਘ ਬਹਾਦਰ ਹੱਸ ਕੇ ਕਹਿਣ ਲੱਗੇ, ਉਹ ਬੇਈਮਾਨੋ, ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ? ਮੈਨੂੰ ਪਤਾ ਤੁਹਾਡਾ ਕਿ ਤੁਸੀਂ ਰਾਤ ਨੂੰ ਆ ਕਰਕੇ ਚੋਰੀ ਚੋਰੀ ਨਿਸ਼ਾਨ ਸਾਹਿਬ ਪਟਨਾ ਚਾਹੁੰਦੇ ਹੋ। ਹਮ ਤੁਮਕੋ ਦਿਓ ਯੈ ਪੀਰਾ ਹੋ। ਤੇ ਬੰਦਾ ਸਿੰਘ ਬਹਾਦਰ ਹੱਸ ਕੇ ਕਹਿਣ ਲੱਗੇ ਵੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਚੋਰੀ ਚੋਰੀ ਆ ਕੇ ਨਿਸ਼ਾਨ ਸਾਹਿਬ ਪਟ ਸਕਦੇ ਆ, ਤੇ ਕਹਿੰਦੇ ਮੈਂ ਤੁਹਾਨੂੰ ਇਹ ਵੀ ਛੂਟ ਦੇਣਾ, ਇਹ ਵੀ ਰਸਤਾ ਦੇਣਾ, ਇਹ ਰਸਤੇ ਤੇ ਤੁਰ ਕੇ ਵੀ ਵੇਖ ਲਓ। ਦੋਹਰਾ ਨਿਤਿ ਉਨ ਦੁਸ਼ਟਨ ਆਨ ਕਰ ਲਾਏ ਲਿਓ ਸਭ ਜੋਰ। ਕਹਿੰਦੇ ਸਾਰੇ ਦੁਸ਼ਟ ਸਿਪਾਹੀ ਇਕੱਠੇ ਹੋ ਗਏ, ਜਰਨੈਲ ਇਕੱਠੇ ਹੋ ਗਏ, ਨਿਸ਼ਾਨ ਸਾਹਿਬ ਕੋਲ ਆ ਕਰਕੇ ਸਾਰੇ ਆਪੋ ਆਪਣਾ ਜ਼ੋਰ ਲਾਉਣ ਲੱਗ ਪਏ ਵੀ ਨਿਸ਼ਾਨ ਸਾਹਿਬ ਪਟਿਆ ਜਾਵੇ। ਪਰ ਕਿਸੇ ਤੋਂ ਵੀ ਖਾਲਸਾ ਜੀ ਨਿਸ਼ਾਨ ਸਾਹਿਬ ਹਿੱਲਿਆ ਨਾ। ਪਟ ਕੁੱਟ ਅਬ ਦਬ ਚੱਕ ਸਭ ਬਿਦ ਸੋਰੇ ਹੋ ਤੋੜ। ਸੋ ਸਾਰਾ ਕੁਝ ਕਰਕੇ ਵੇਖ ਲਿਆ ਪਰ ਕੋਈ ਵੀ ਹੀਲਾ ਕੰਮ ਨਾ ਆਇਆ। ਚੌਪਈ ਲਾਸ ਕਟਨ ਹਿਤ ਤੇਗ ਚਲਾਈ। ਤੇ ਆਪਸ ਵਿੱਚ ਸਲਾਹ ਕਰ ਲਈ ਵੀ ਜਿਨ੍ਹਾਂ ਰੱਸਿਆਂ ਦੇ ਸਹਾਰੇ ਨਿਸ਼ਾਨ ਸਾਹਿਬ ਖੜੇ ਐ, ਉਹਨਾਂ ਰੱਸਿਆਂ ਦੇ ਉੱਤੇ ਕਿਰਪਾਨ ਤਲਵਾਰ ਚਲਾਈਏ। ਸੋ ਤੇਗ ਉਨ ਗਲ ਵੱਲ ਆਈ। ਪਰ ਕਹਿੰਦੇ ਜਦੋਂ ਰੱਸੇ ਦੇ ਉੱਤੇ ਤਲਵਾਰ ਚਲਾਉਣ ਲੱਗਦੇ ਸੀ, ਤਲਵਾਰ ਘੁੰਮ ਕੇ ਉਹਨਾਂ ਦੇ ਗਰਦਨ ਵੱਲ ਆਉਣ ਲੱਗ ਜਾਂਦੀ, ਉਹਨਾਂ ਦੇ ਧੌਣ ਵਾਲੀ ਤਲਵਾਰ ਆ ਕੇ ਵਾਰ ਕਰਨ ਲੱਗ ਜਾਂਦੀ। ਸੋ ਮੋੜਵੋ ਮਿਆਨ ਕਰਾ ਹੈ। ਤੇ ਜਦੋਂ ਵੇਖਿਆ ਵੀ ਤਲਵਾਰ ਰੱਸੇ ਤੇ ਚੱਲਦੀ ਨਹੀਂ, ਨਿਸ਼ਾਨ ਸਾਹਿਬ ਦਾ ਕੁਝ ਵਿਗੜਦਾ ਨਹੀਂ, ਤੇ ਸਾਡੀਆਂ ਗਰਦਨਾਂ ਤੇ ਸਾਡੀਆਂ ਧੌਣਾਂ ਤੇ ਵਾਰ ਹੋ ਰਿਹਾ, ਕਹਿੰਦੇ ਤਲਵਾਰਾਂ ਵਾਪਸ ਮਿਆਨ ਵਿੱਚ ਪਾ ਲਈਆਂ। ਕਰ ਨਮਸਕਾਰ ਹੋਏ ਦੂਰ ਖੜਾ ਹੈ। ਤੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਨਮਸਕਾਰਾਂ ਕਰਕੇ ਦੂਰ ਦੂਰ ਭੱਜਦੇ। ਆ ਕਈ ਅੱਜ ਵੀ ਸ਼ੰਕਾਵਾਦੀ ਕਹਿੰਦੇ ਵੀ ਨਿਸ਼ਾਨ ਸਾਹਿਬ ਨੂੰ ਮੱਥਾ ਨਾ ਟੇਕੋ। ਇਹ ਨਿਸ਼ਾਨ ਸਾਹਿਬ ਦੇ ਵਿੱਚ ਵੀ ਖਾਲਸਾ ਜੀ ਸ਼ਹੀਦੀ ਪੈਰੇ, ਨਿਸ਼ਾਨ ਸਾਹਿਬ ਦੀ ਇੱਕ ਆਪਣੀ ਕਲਾ ਹੈ। ਤੇ ਜੇ ਆਪਾਂ ਇਤਿਹਾਸ ਨੂੰ ਵੇਖੀਏ, ਜਿਹੜੇ ਦੁਸ਼ਟ ਨਿਸ਼ਾਨਾਂ ਦੀ ਬੇਅਦਬੀ ਕਰਨ ਆਉਂਦੇ, ਨਿਸ਼ਾਨ ਸਾਹਿਬ ਦੀ ਕਲਾ ਤਾਕਤ ਵੇਖ ਕੇ, ਪ੍ਰਤਾਪ ਵੇਖ ਕੇ, ਉਹ ਵੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਭੱਜਦੇ ਰਹੇ। ਤੇ ਸਾਡੇ ਵਿੱਚ ਬਹੁਤੇ ਸਿਆਣੇ ਆ ਗਏ ਵੀ ਨਿਸ਼ਾਨ ਸਾਹਿਬ ਨੂੰ ਮੱਥਾ ਨਾ ਟੇਕੋ। ਪਰ ਜਿਸ ਵਸਤੂ ਨੂੰ, ਜਿਸ ਨਿਸ਼ਾਨੀ ਨੂੰ ਵੇਖ ਕੇ ਗੁਰੂ ਜਾਂ ਅਕਾਲ ਪੁਰਖ ਚੇਤੇ ਆਉਂਦਾ ਹੈ, ਉਹ ਸਿੱਖ ਵਾਸਤੇ ਸਦਾ ਸਤਿਕਾਰਯੋਗ ਹੈ। ਕਹਿਲਾ ਦੇਖੋ ਆਏ ਸੋਹਰ। ਸੋ ਖਾਲਸਾ ਜੀ ਕਹਿਣ ਲੱਗੇ ਵੀ ਆਏ ਕੁਝ ਸੋਚ ਕੇ ਹੋਰ ਸਾਂ, ਪਰ ਇੱਥੇ ਹੋਰ ਕੁਝ ਹੋਰ ਹੀ ਹੋ ਗਿਆ। ਰਹਿ ਨਾ ਜਾਵੇ ਕਿਸਮਤ ਜੋਰ। ਸੋ ਸਾਰੇ ਜਦੋਂ ਇਸ ਤਰ੍ਹਾਂ ਹਾਰ ਗਏ ਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਵੇਖ ਲਓ, ਜੇ ਹੋਰ ਵੀ ਕੋਈ ਆਪਣੀ ਤਾਕਤ ਵੇਖਣੀ ਚਾਹੁੰਦਾ ਹੈ, ਜ਼ੋਰ ਲਾਉਣਾ ਚਾਹੁੰਦਾ ਹੈ, ਤੇ ਆ ਕੇ ਜ਼ੋਰ ਲਾ ਲਵੋ। ਕਿਤੇ ਬਾਅਦ ਵਿੱਚ ਕਹੋ ਵੀ ਜੇ ਅਸੀਂ ਚਲੇ ਜਾਂਦੇ ਤੇ ਅਸੀਂ ਜਿੱਤ ਜਾਂਦੇ। ਦੇਖ ਜੋ ਸਭ ਸ਼ਰਮਿੰਦੇ ਭਏ। ਪਰ ਜਦੋਂ ਬੰਦਾ ਸਿੰਘ ਬਹਾਦਰ ਨੇ ਲਲਕਾਰ ਮਾਰੀ, ਸਾਰੇ ਹੀ ਸ਼ਰਮਿੰਦੇ ਹੋ ਗਏ। ਕਿਸੇ 'ਚ ਵੀ ਹਿੰਮਤ ਨਾ ਹੋਈ ਵੀ ਨਿਸ਼ਾਨ ਸਾਹਿਬ ਵੱਲ ਵੱਧ ਕੇ ਜਾਈਏ। ਨਾਰ ਨਿਵਾਏ ਨਾਰਨ ਜਿਮ ਧਏ। ਤੇ ਕਹਿੰਦੇ ਸਾਰੇ ਹੀ ਜਿਵੇਂ ਖਾਲਸਾ ਜੀ ਕਹਿੰਦੇ ਪੁਰਾਣੇ ਸਮੇਂ 'ਚ ਬੀਬੀਆਂ ਘੁੰਡ ਕੱਢਦੀਆਂ ਸੀ ਨਾ, ਕਹਿੰਦੇ ਸਾਰੇ ਹੀ ਆਪੋ ਆਪਣੇ ਕੱਪੜਿਆਂ ਨਾਲ ਘੁੰਡ ਕੱਢ ਕੇ ਸ਼ਰਮਿੰਦੇ ਹੋ ਕੇ ਵਾਪਸ ਨੂੰ ਜਾਂਦੇ। ਜਿਹੜੇ ਵੱਡੇ ਵੱਡੇ ਜਰਨੈਲ ਆਏ ਸੀ ਚੋੜੇ ਹੋ ਕੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ, ਸਿੰਘਾਂ ਉੱਤੇ ਹਮਲਾ ਕਰਨ, ਕਹਿੰਦੇ ਖਾਲਸੇ ਦੇ ਪ੍ਰਤਾਪ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਸਾਰੇ ਨੀਵੀਆਂ ਪਾ ਕੇ ਵਾਪਸ ਨੂੰ ਭੱਜਦੇ ਨੇ। ਦੋਹਰਾ ਜੈਸੇ ਦੁਆਰੇ ਜਨਕ ਕੇ ਭਿਓ ਤਨੁਖ ਅਤ ਠਾੜ। ਕਹਿੰਦੇ ਜਿਸ ਤਰ੍ਹਾਂ ਜਨਕ ਰਾਜੇ ਦੇ ਦੁਆਰੇ ਤੇ ਸ਼ਰਤ ਰੱਖੀ ਸੀ ਵੀ ਜਿਹੜਾ ਧਨਖ ਦੇ ਉੱਤੇ ਖਾਲਸਾ ਜੀ ਇਹ ਬਾਣ ਨੂੰ ਚੁੱਕ ਕੇ ਵਿਖਾਵੇਗਾ ਤੇ ਉਹਦਾ ਸੀਤਾ ਦੇ ਨਾਲ ਵਿਵਾਹ ਕੀਤਾ ਜਾਵੇਗਾ। ਚੱਕ ਥੱਕ ਸਭ ਰਾਜੇ ਨੱਠੇ ਭਈ ਤਜਾ ਤਿਮ ਗਾੜ। ਪਰ ਉਹ ਧਨੁਖ ਨਹੀਂ ਚੱਕਿਆ ਗਿਆ ਤੇ ਸਾਰੇ ਰਾਜੇ ਹਾਰ ਗਏ ਸੀ, ਭੱਜ ਗਏ ਸੀ। ਉਸੇ ਤਰ੍ਹਾਂ ਜਿਹੜੇ ਵੱਡੇ ਵੱਡੇ ਦਾਅਵੇ ਕਰਕੇ ਆਏ ਸੀ ਵੀ ਨਿਸ਼ਾਨ ਸਾਹਿਬ ਨੂੰ ਪੁੱਟ ਕੇ ਵਿਖਾਵਾਂਗੇ, ਕਹਿੰਦੇ 1 ਇੰਚ ਵੀ ਨਿਸ਼ਾਨ ਸਾਹਿਬ ਹਿਲਾ ਨਹੀਂ ਸਕੇ, ਸ਼ਰਮਿੰਦੇ ਹੋ ਕੇ ਵਾਪਸ ਚਲੇ ਗਏ। ਜੋ ਪਈ ਪੁਨ ਕਹਿਲੂਰ ਐਸ ਫੁਰਮਾਇਆ। ਉਸ ਤੋਂ ਬਾਅਦ ਕਹਿਲੂਰ ਰਿਆਸਤ ਦੇ ਰਾਜੇ ਨੇ ਫਿਰ ਇੱਕ ਬਚਨ ਕੀਤਾ। ਗੜਬੜ ਆਪਨ ਕਰੋ ਤਕੜਾਇਆ। ਕਹਿਣ ਲੱਗੇ ਵੀ ਜਾ ਕਰਕੇ
ਆਪੋ ਆਪਣੇ ਕਿਲੇ ਤਗੜੇ ਕਰ ਲਓ, ਮੋਰਚਾ ਬੰਦੀ ਕਰ ਲਓ। ਜੇ ਤੱਕ ਫੌਜ ਵੜੇ ਲਿਓ ਵਾੜ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਵੀ ਕਿਹਾ ਕਿ ਜਾਓ, ਤੁਸੀਂ ਜਾਓ, ਜਾ ਕਰਕੇ ਕਿਲੇ ਤਗੜੇ ਕਰੋ, ਤੇ ਕੱਲੇ ਕਿਲੇ ਤਗੜੇ ਨਾ ਕਰਿਓ, ਕਿਲਿਆਂ ਵਿੱਚ ਫੌਜ ਵੀ ਤਗੜੀ ਰੱਖਿਓ। ਵੱਧ ਤੋਂ ਵੱਧ ਗਿਣਤੀ ਵਿੱਚ ਜਿੰਨੀ ਵੀ ਫੌਜ ਤੁਸੀਂ ਆਪਣੇ ਕਿਲੇ ਵਿੱਚ ਰੱਖ ਸਕਦੇ ਹੋ, ਓਨੀ ਫੌਜ ਦਾ ਪਹਿਰਾ ਲਾ ਲਓ। ਔਰ 22 ਰਾਜਨ ਲਿਓ ਪਾਸ ਖਾੜ। ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਵੀ ਜਿਹੜੇ 22 ਰਾਜਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲਾ ਕੀਤਾ, ਉਹਨਾਂ 22 ਰਾਜਿਆਂ ਨੂੰ, ਉਹਨਾਂ ਦੀਆਂ ਫੌਜਾਂ ਨੂੰ ਵੀ ਕਿਲੇ ਵਿੱਚ ਵਾੜ ਕਰਕੇ ਕੋਲ ਖੜਾ ਲਓ। ਦੋਹਰਾ ਹਾਥੀ ਖੜਾਇਓ, ਕੰਸ ਜਿਮ ਤਖਤੇ ਖੂਬ ਅੜਾਏ। ਹੁਣ ਕਿਲਿਆਂ ਦੇ ਵਿੱਚ ਜਾ ਕੇ ਫੌਜ ਖਿਲਾਰ ਲਈ, ਕੱਲੀਆਂ ਫੌਜਾਂ ਨਹੀਂ ਖਿਲਾਰੀਆਂ। ਕਹਿੰਦੇ ਜਿਸ ਤਰ੍ਹਾਂ ਖਾਲਸਾ ਜੀ ਕੰਸ ਨੇ ਆਪਣੇ ਕਿਲੇ ਦੇ ਵਿੱਚ ਹਾਥੀ ਖਿਲਾਰਿਆ ਹੋਇਆ ਸੀਗਾ, ਖਾਲਸਾ ਜੀ ਕਹਿੰਦੇ ਉਸ ਕੁਵਲੀਆਂ ਪੀੜ ਹਾਥੀ ਹੋਇਆ ਇੱਕ। ਕਹਿੰਦੇ ਇਹ ਜਿਹੜਾ ਕੁਵਲੀਆ ਪੀੜ ਹਾਥੀ ਸੀ ਨਾ, ਇਹਦੇ ਵਿੱਚ 18,000 ਹਾਥੀਆਂ ਜਿੰਨੀ ਤਾਕਤ ਸੀ। ਇੰਨਾ ਤਾਕਤਵਰ ਹਾਥੀ ਸੀ ਇਹ ਕੱਲਾ, ਇੱਕ ਹਾਥੀ ਵਿੱਚ 18,000 ਹਾਥੀਆਂ ਜਿੰਨੀ ਤਾਕਤ। ਕਹਿੰਦੇ ਉਹ ਹਾਥੀ ਇਨ੍ਹਾਂ ਰਾਜਿਆਂ ਨੇ ਆਪਣੇ ਕਿਲੇ ਦੇ ਬਾਹਰ ਖੜਾ ਕਰ ਲਿਆ। ਬਾਗਰ ਸਿੰਘ ਇੱਕ ਤੀਰ ਸੋ ਦੇਵੇ ਸਬਨ ਗਿਰਾਏ। ਕਹਿੰਦੇ ਇਧਰੋਂ ਭਾਈ ਬਾਗੜ ਸਿੰਘ ਤੇ ਉਧਰੋਂ 18,000 ਹਾਥੀਆਂ ਦੀ ਤਾਕਤ ਵਾਲਾ ਇੱਕ ਹਾਥੀ ਖੜਿਆ। ਤੇ ਕਹਿੰਦੇ ਭਾਈ ਬਾਗੜ ਸਿੰਘ ਨੇ ਧੰਨ ਗੁਰੂ ਗੋਬਿੰਦ ਸਿੰਘ ਦਾ ਨਾਮ ਲੈ ਕਰਕੇ ਇੱਕੋ ਤੀਰ ਹਾਥੀ ਵੱਲ ਛੱਡਿਆ। ਕਹਿੰਦੇ ਹਾਥੀ ਇਸ ਤਰ੍ਹਾਂ ਜ਼ਮੀਨ ਤੇ ਡਿੱਗਿਆ ਜਿਵੇਂ ਥੰਬ ਜ਼ਮੀਨ ਤੇ ਡਿੱਗਦਾ ਹੈ। ਦੋਹਰਾ ਤੋਂ ਬੰਦੇ ਜੀ ਇਮਕੇ ਹੋ, ਮੰਡੀ ਵਾਲ ਵਜ਼ੀਰ ਬੁਲਾਏ। ਸੋ ਖਾਲਸਾ ਜੀ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਪ੍ਰਤਾਪ ਵਿਖਾਇਆ, ਗੁਰੂ ਕੇ ਸਿੰਘਾਂ ਨੇ ਜਾ ਕਰਕੇ ਪ੍ਰਤਾਪ ਵਿਖਾਇਆ ਤੇ ਹਾਥੀ ਜ਼ਮੀਨ ਤੇ ਡਿੱਗਦੇ ਰਹੇ। ਉਸ ਤੋਂ ਬਾਅਦ ਕਹਿਲੂਰ ਦੀ ਰਿਆਸਤ ਦੇ ਵਿੱਚ ਖਾਲਸੇ ਦੇ ਨਾਲ ਹੋਰ ਕਿਸ ਤਰ੍ਹਾਂ ਜੰਗ ਹੋਈ, ਉਹ ਆਪਾਂ ਹੁਣ ਸਰਵਣ ਕਰਾਂਗੇ। ਦੋਹਰਾ ਆਗੇ ਸੁਨੋ ਪ੍ਰਸੰਗ ਫਿਰ, ਜੋ ਕਲੈ ਕਲੂਰੀਅਨ ਸੀਸ ਵਿਹਾਏ। ਭਾਈ ਰਤਨ ਸਿੰਘ ਭੰਗੂ ਕਹਿੰਦੇ ਹੁਣ ਅੱਗੇ ਉਹ ਸੁਣੋ ਕਿ ਕਿਸ ਤਰ੍ਹਾਂ ਕਹਿਲੂਰ ਰਿਆਸਤ ਦੇ ਰਾਜਿਆਂ ਨੇ ਖਾਲਸੇ ਪੰਥ ਅੱਗੇ ਝੁਕ ਕਰਕੇ ਹਾਰ ਮੰਨੀ। 1300 ਮੀਏ ਚੀਏ ਕਟੇ ਖੂਬ ਬਣਾਏ। ਇਹ ਚੀਏ ਮੀਏ ਇੱਕ ਕੋਲਿਆ, ਇੱਕ ਜਾਤ ਆ ਖਾਲਸਾ ਜੀ, ਇਹ ਕੌਮਾਂ ਨੇ। ਪਹਾੜੀ ਰਿਆਸਤਾਂ ਦੀਆਂ ਇਹ ਚੀਏ ਮੀਏ ਕੌਮਾਂ ਨੇ। ਇਹ 1300 ਇਕੱਠੇ ਹੋ ਕਰਕੇ ਆਏ ਸੀ ਖਾਲਸੇ ਨੂੰ ਹਰਾਉਣ। ਭਾਈ ਰਤਨ ਸਿੰਘ ਭੰਗੂ ਕਹਿੰਦੇ ਉਹ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕੱਟ ਕੇ ਮਾਰ ਗਿਰਾਏ, ਉਹ ਹੁਣ ਆਪਾਂ ਸੁਣਾਂਗੇ। ਚੌਪਈ ਤਬ ਬੰਦੇ ਕਹਿਲੂਰੀਅਨ ਫਰਮਾਇਓ। ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿਲੂਰ ਦੇ ਰਾਜੇ ਨੂੰ ਬਚਨ ਕੀਤਾ। ਤੁਮ ਵੀ ਆਪਣੇ ਕਰਤੱਵ ਦਿਖਾਇਓ। ਕਹਿਣ ਲੱਗੇ ਤੂੰ ਵੀ ਆਪਣੇ ਸ਼ਸਤਰ ਵਿਦਿਆ ਦੇ ਕਰਤੱਵ ਵਿਖਾ, ਆਪਣਾ ਸ਼ਸਤਰ ਅਭਿਆਸ ਵਿਖਾ। ਉਹ ਆਪਣੋ ਗੜਿਆ ਕੀ ਕਰੋ। ਕਹਿਣ ਲੱਗੇ ਆਪਣੇ ਕਿਲਿਆਂ ਨੂੰ ਥੋੜਾ ਜਿਹਾ ਮਜ਼ਬੂਤ ਕਰ। ਇਧਰੋਂ ਗੁਰੂ ਕਾ ਖਾਲਸਾ ਚੜ ਕੇ ਆ ਰਿਹਾ, ਆਪਣੇ ਕਿਲਿਆਂ ਤੇ ਚੰਗੀ ਮੋਰਚਾ ਬੰਦੀ ਕਰ ਲੈ। ਬਾਈ ਜਲੰਧਰੀਏ ਸਭ ਮੱਧ ਵੜੋ। ਤੇ ਜਿਹੜਾ ਜਲੰਧਰ ਦਾ ਰਿਆਸਤ ਦਾ ਰਾਜਾ ਹੈ, ਜਾਂ ਇਧਰੋਂ ਖਾਲਸਾ ਜੀ ਹੋਰ ਜਿੰਨੀਆਂ ਵੀ ਰਿਆਸਤਾਂ ਪਹਾੜੀਆਂ ਦੀਆਂ ਨੇ, ਕਹਿੰਦੇ ਉਹਨਾਂ ਸਾਰਿਆਂ ਨੂੰ ਬੁਲਾ ਲੈ। ਪੰਜ ਪੁੰਜੰਗੀ ਤੁਮ ਲਏ ਮਾਰ। ਤੇ ਤੂੰ ਸਾਰੀਆਂ ਰਿਆਸਤਾਂ ਇਕੱਠੀਆਂ ਕਰ। ਇਧਰੋਂ ਸਾਰੇ ਖਾਲਸੇ ਨਹੀਂ ਆਉਣਗੇ, ਕੇਵਲ 5 ਭੁਜੰਗੀ ਆਉਣਗੇ, ਗੁਰੂ ਦੇ 5 ਸਿੱਖ। ਤੇ ਤੁਸੀਂ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਸਿਪਾਹੀ ਖੜੇ ਕਰ ਲਓ। ਇਧਰੋਂ 5 ਸਿੱਖ ਹੋਣਗੇ, ਉਹਨਾਂ 5 ਦਾ ਹੀ ਮੁਕਾਬਲਾ ਕਰਕੇ ਵਿਖਾ ਦਿਓ। ਤੋ ਤੁਮ ਛੱਡ ਫਿਰ ਜਾਓ ਪਹਾੜ। ਤੇ ਜੇ ਖਾਲਸਾ ਜੀ ਕਹਿਣ ਲੱਗੇ ਜੇ 5 ਸਿੱਖ ਹਾਰ ਗਏ ਤੇ ਅਸੀਂ ਪਹਾੜ ਛੱਡ ਕੇ ਚਲੇ ਜਾਵਾਂਗੇ। ਜੋ ਤੁਮ ਉਨ ਤੇ ਮਰੋ ਸੋ ਨਾਹੇ। ਪਰ ਜੇ ਤੁਸੀਂ ਉਹਨਾਂ ਤੋਂ ਮਰ ਗਏ ਤੋ ਹਮ ਪਰਬਤਨ ਕੋ ਛੱਡ ਜਾਏ। ਤੇ ਫਿਰ ਤੁਹਾਨੂੰ ਇਹ ਪਹਾੜੀ ਰਿਆਸਤਾਂ ਛੱਡ ਕੇ ਜਾਣੀਆਂ ਪੈਣਗੀਆਂ। ਜੇ ਤੁਸੀਂ ਸਿੱਖਾਂ ਤੋਂ ਹਾਰ ਗਏ ਤੇ ਤੁਹਾਨੂੰ ਛੱਡ ਕੇ ਜਾਣਾ ਪਏਗਾ, ਜੇ ਸਿੱਖ ਹਾਰ ਗਏ ਤੇ ਸਾਨੂੰ ਛੱਡ ਕੇ ਜਾਣਾ ਪਏਗਾ। ਪਰ ਵੇਖੋ ਕਿ ਕਿੰਨਾ ਕੇ ਭਰੋਸਾ ਬਾਬਾ ਬੰਦਾ ਸਿੰਘ ਬਹਾਦਰ ਤੇ ਜਾਂ ਗੁਰੂ ਕੇ ਸਿੱਖਾਂ ਨੂੰ ਆਪਣੇ ਗੁਰੂ ਤੇ ਸੀ। ਉਹ ਕੇਵਲ ਤੇ ਕੇਵਲ ਗੁਰੂ ਦੇ ਭਰੋਸੇ ਦੇ ਸਿਰ ਤੇ ਐਸੇ ਦਾਅਵੇ ਕਰ ਗਏ ਕਿ ਸਾਹਮਣੇ ਲੱਖਾਂ ਦੀ ਗਿਣਤੀ ਵਿੱਚ ਰਿਆਸਤਾਂ ਚੜ ਕੇ ਆਈਆਂ,
ਤੇ ਇਧਰੋਂ ਗੁਰੂ ਕੇ ਸਿੱਖ ਕਹਿ ਰਹੇ ਭਾਵੇਂ ਲੱਖਾਂ ਦੀ ਗਿਣਤੀ ਵਿੱਚੋਂ ਸਾਡੇ ਕੱਲੇ ਸਿੱਖ ਦਾ ਮੁਕਾਬਲਾ ਕਰ ਲਿਓ, ਜੇ ਹਾਰ ਗਏ ਤੇ ਵਾਪਸ ਚਲੇ ਜਾਵਾਂਗੇ। ਇਹ ਜਜ਼ਬਾ, ਇਹ ਦ੍ਰਿੜ ਵਿਸ਼ਵਾਸ ਤਾਂ ਆਉਂਦਾ ਹੈ ਜੇ ਸਿੱਖ ਬਾਣੀ ਪੜਨ ਵਾਲੇ ਹੋਣ, ਜੇ ਸਿੱਖ ਗੁਰੂ ਘਰ ਸੇਵਾ ਕਰਨ ਵਾਲੇ ਹੋਣ ਖਾਲਸਾ ਜੀ। ਸੋ ਐਸਾ ਭਰੋਸਾ, ਐਸਾ ਦ੍ਰਿੜ ਵਿਸ਼ਵਾਸ ਕੇਵਲ ਬਾਣੀ ਦੇ ਅਭਿਆਸ ਵਿੱਚੋਂ ਹੀ ਨਿਕਲ ਸਕਦਾ ਹੈ। ਜੋ ਮੰਗੋ ਸੋ ਦੇਉ ਮਤਾ ਹੈ। ਤੇ ਕਹਿਣ ਲੱਗੇ ਵੀ ਜੇ ਤੁਸੀਂ ਜਿੱਤ ਗਏ ਤੇ ਜੋ ਵੀ ਸਾਡੇ ਕੋਲੋਂ ਮੰਗੋਗੇ ਮੈਂ ਤੁਹਾਡੀ ਝੋਲੀ ਵਿੱਚ ਪਾ ਦਿਆਂਗਾ। ਇਮ ਹਮ ਸੋ ਤੁਮ ਲਿਓ ਠਹਿਰਾਏ। ਸੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਆ ਹੁਣ ਗੱਲ ਪੱਕੀ ਕਰ ਲਓ, ਤੁਸੀਂ 22 ਰਿਆਸਤਾਂ ਇਕੱਠੀਆਂ ਹੋ ਜਾਓ, ਆਪਣੇ ਸਿਪਾਹੀ ਇਕੱਠੇ ਕਰ ਲਓ, 5 ਸਿੱਖ ਹੋਣਗੇ ਉਹਨਾਂ ਨਾਲ ਮੁਕਾਬਲਾ ਕਰਨਾ, ਇਹ ਹੁਣ ਗੱਲ ਪੱਕੀ ਕਰ ਦੋ। ਤੋ ਕਹਿਲੂਰੀਅਨ ਸੋ ਕੀਆ। ਤੇ ਕਹਿੰਦੇ ਕਹਿਲੂਰ ਦਾ ਰਾਜਾ ਕਹਿਣ ਲੱਗਾ ਵੀ ਕੰਮ ਹੀ ਬੜਾ ਸੌਖਾ, ਪੰਜਾਂ ਨੂੰ ਹਰਾਉਣਾ ਕਿੱਡੀ ਕੇ ਵੱਡੀ ਗੱਲ ਹੈ। ਉਹਨੂੰ ਲੱਗਾ ਵੀ ਕੰਮ ਬਹੁਤ ਸੌਖਾ, ਇਸ ਕਰਕੇ ਕਹਿਲੂਰ ਦੇ ਰਾਜੇ ਨੇ ਬੜੀ ਛੇਤੀ ਗੱਲ ਮੰਨ ਲਈ। ਗੜ ਕਹਿਲੂਰ ਕਰ ਆਕੀ ਲੀਆ। ਤੇ ਕਹਿੰਦੇ ਨੇ ਜਿਹੜਾ ਕਹਿਲੂਰ ਦਾ ਕਿਲਾ ਸੀ ਪਹਾੜਾਂ ਦੇ ਉੱਤੇ, ਉਸ ਕਿਲੇ ਦੇ ਉੱਤੇ ਚੰਗੀ ਮੋਰਚਾਬੰਦੀ ਕਰ ਲਈ। ਦੋਹਰਾ ਡਰੋਲ ਮੰਜੇਲੂ ਨਾਗਲੂ ਨੱਠੇ ਸੋਹਲ ਚੰਡਵਾਲ। ਤੇ ਖਾਲਸਾ ਜੀ ਇਹ ਕੌਮਾਂ ਨੇ ਪਹਾੜਾਂ ਦੀਆਂ ਹਿਮਾਚਲ ਦੇ ਵਿੱਚ ਅੱਜ ਵੀ ਇਹ ਕੌਮਾਂ ਮਿਲਦੀਆਂ ਨੇ। ਡਰੇਲੂ, ਨਾਗਲੂ, ਨੰਡੇ, ਸੋਹਲ, ਝੰਡਾਰ, ਇਹਨਾਂ ਕੌਮਾਂ ਦੇ ਸਿਪਾਹੀਆਂ ਨੂੰ ਕਿਲੇ ਦੇ ਵਿੱਚ ਬੁਲਾ ਕੇ ਮੋਰਚਾਬੰਦੀ ਕਰ ਲਈ। ਕਨੇਤ ਦਿਸ਼ਨ ਚਿਲਾਹਲੇ ਬਗੜ ਪੰਮੇ ਟਡਵਾਲ। ਤੇ ਕਨੇੜ, ਚਲਾਹਲੇ, ਬੱਲੜ, ਪੰਮੇ ਤੇ ਡਡਵਾਲ, ਇਹ ਵੀ ਰਿਆਸਤਾਂ ਕੌਮਾਂ ਨੇ ਪਹਾੜਾਂ ਦੇ ਵਿੱਚ, ਅੱਜ ਵੀ ਇਹ ਚੱਲਦੇ ਆ। ਕਹਿੰਦੇ ਇਹਨਾਂ ਕੌਮਾਂ ਦੇ ਪਹਾੜੀ ਸਿਪਾਹੀ ਇਕੱਠੇ ਕਰਕੇ ਕਿਲੇ ਦੇ ਵਿੱਚ ਮੋਰਚਾਬੰਦੀ ਤਗੜੀ ਕਰ ਲਈ। 1300 ਮੀਏ ਚੀਏ ਮਦ ਗੜ ਲਿਏ ਸੋਵਾੜ। ਕਹਿੰਦੇ ਕੁੱਲ 1300 ਸਿਪਾਹੀ ਉਸ ਵਕਤ ਕਿਲੇ ਦੇ ਵਿੱਚ ਇਕੱਠੇ ਕਰ ਲਏ ਪਹਾੜੀ ਕੌਮਾਂ ਦੇ। ਸਬਤ ਗਜਨ ਸਿਰ ਬੰਦ ਤਵੇ ਕੀਨੇ ਰਸਤੇ ਖਾਰ। ਤੇ 7 ਉਹ ਹਾਥੀ ਖੜੇ ਕਰ ਦਿੱਤੇ, ਕੁਵਲੀਆਂ ਪੀੜ ਹਾਥੀ, ਜਿਹਦੇ ਬਾਰੇ ਮੈਂ ਪਹਿਲਾਂ ਦੱਸਿਆ ਕਿ ਇੱਕ ਹਾਥੀ ਦੇ ਵਿੱਚ 18,000 ਹਾਥੀਆਂ ਜਿੰਨੀ ਤਾਕਤ। ਐਸੇ 7 ਹਾਥੀ ਆਪਣੇ ਹਾਥੀਆਂ ਦੇ ਮੱਥਿਆਂ ਦੇ ਉੱਤੇ ਫੌਲਾਦ ਦੇ ਤਵੇ ਬਣ ਕਰਕੇ ਤੇ ਪੂੰਛ ਦੇ ਉੱਤੇ ਤੇ ਸੁੰਡ ਦੇ ਉੱਤੇ ਵੀ ਖਾਲਸਾ ਜੀ ਫੌਲਾਦ ਦੇ ਕੁੰਡੇ ਬਣ ਕਰਕੇ ਇਸ ਤਰ੍ਹਾਂ ਨੁਕੀਲੇ ਤਰੀਕੇ ਦੇ ਨਾਲ ਹਾਥੀ ਨੂੰ ਲੋਹੇ ਨਾਲ ਜੜ ਕਰਕੇ ਕਿਲਿਆਂ ਦੇ ਬਾਹਰ ਖੜਾ ਕਰ ਦਿੱਤਾ। ਚੌਪਈ ਜੈਸੇ ਉਖੜੋ ਕੰਸ ਕੁਬਲੀ ਗਜ ਕੀਨੋ। ਕਹਿੰਦੇ ਜਿਸ ਤਰ੍ਹਾਂ ਕਦੇ ਕੰਸ ਦੇ ਮਹਿਲ ਵਿੱਚ ਇੱਕ ਹਾਥੀ ਖੜਿਆ ਸੀ, ਅੱਜ ਉਸੇ ਤਰ੍ਹਾਂ ਇਹ ਪਹਾੜੀ ਰਿਆਸਤਾਂ ਨੇ ਵੀ ਇਸ ਤਰ੍ਹਾਂ 7 ਹਾਥੀ ਖੜੇ ਕਰ ਦਿੱਤੇ। ਪਿਲਾਏ ਸ਼ਰਾਬ ਬਹੁਤ ਅਨਦੀਨੋ। ਤੇ ਹਾਥੀਆਂ ਨੂੰ ਖੜੇ ਕਰਕੇ ਸ਼ਰਾਬ ਪਿਆ ਦਿੱਤੀ ਕਿ ਹਾਥੀ ਝੂਮ ਝੂਮ ਕਰਕੇ ਜਦੋਂ ਸੁੰਡ ਦੇ ਨਾਲ ਜਾਂ ਵਾਰ ਕਰਨਗੇ ਤੇ ਕਹਿੰਦੇ ਲੋਹੇ ਦੇ ਨਕੀਲੇ ਇਹਨਾਂ ਦੇ ਨਾਲ ਕਹਿੰਦੇ ਆਪਣੇ ਆਪ ਹੀ ਸਿੱਖਾਂ ਦਾ ਖਾਤਮਾ ਹੋ ਜਾਵੇਗਾ। ਬਹੁ ਦਰਬ ਦੇਣ ਮਹਾਵਤ ਵਤਨ ਕੇਹੋ। ਤੇ ਜਿਹੜੇ ਹਾਥੀ ਨੂੰ ਚਲਾਉਣ ਵਾਲੇ ਮਹਾਵਤ ਹੁੰਦੇ ਨੇ ਨਾ, ਉਹਨਾਂ ਨੂੰ ਚੌਖੀ ਮਾਇਆ ਦੇ ਦਿੱਤੀ ਕਿ ਤੁਸੀਂ ਡਰਨਾ ਨਹੀਂ, ਸਿੱਖਾਂ ਨੂੰ ਨਾਲ ਦੀ ਨਾਲ ਹਾਥੀ ਦੇ ਪੈਰਾਂ ਦੇ ਹੇਠਾਂ ਦਬਾ ਦੇਣਾ ਹੈ। ਆਬਤ ਸਿੰਘਨ ਮਾਰ ਸੁਟਿਓ। ਤੇ ਬਚਨ ਕੀਤਾ ਵੀ ਜਦੋਂ ਸਿੰਘ ਆਉਣ ਉਸੇ ਬਸ ਸਿੰਘ ਨੂੰ ਵੇਖਦੇ ਸਾਰੀ ਹਮਲਾ ਕਰ ਦੇਣਾ ਹੈ। ਦੋਹਰਾ ਰਾਜੇ ਔਰ ਰਜੋਰੀਆਂ ਲਏ ਸੋ ਗਿਰਦਰ ਸਭ ਬਹਾਏ। ਤੇ ਕਹਿੰਦੇ ਰਾਜੇ ਨੇ ਹੋਰ ਵੀ ਜਿਹੜੇ ਨੇੜੇ ਲੱਗਦੇ ਰਾਜੇ ਸੀ ਉਹਨਾਂ ਨੂੰ ਵੀ ਆਪਣੀ ਮਦਦ ਵਾਸਤੇ ਬੁਲਾ ਲਿਆ। ਦਾਰੂ ਸਿੱਕੇ ਵਰਤਾਏ ਕਰ ਔਰ ਖਰਚ ਬਹੁ ਪਾਏ। ਰਾਜਿਆਂ ਨੂੰ, ਵਜ਼ੀਰਾਂ ਨੂੰ, ਪਹਾੜੀ ਕੌਮਾਂ ਨੂੰ, ਪਹਾੜੀ ਸਿਪਾਹੀਆਂ ਨੂੰ ਤੇ ਰਿਆਸਤਾਂ ਨੂੰ ਖਾਲਸਾ ਜੀ ਬਰੂਦ ਦੇ ਦਿੱਤਾ, ਬੰਦੂਕਾਂ ਦੇ ਦਿੱਤੀਆਂ, ਗੋਲੇ ਦੇ ਦਿੱਤੇ, ਤੋਪਾਂ ਦੇ ਦਿੱਤੀਆਂ ਤੇ ਮਾਇਆ ਵੀ ਦੇ ਦਿੱਤੀ ਕਿ ਜਿੰਨੇ ਵੱਧ ਸਿੰਘ ਮਾਰੋਗੇ ਉਨੀ ਵੱਧ ਮਾਇਆ ਤੁਹਾਨੂੰ ਮਿਲੇਗੀ। ਚੌਪਈਤ ਬੰਦੇ ਜੀ 5 ਸਿੰਘ ਤੋਰੇ। ਤੇ ਕਹਿੰਦੇ ਉਧਰੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਤੇ ਇਧਰੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਕੇਵਲ 5 ਸਿੰਘ ਹੀ ਤਿਆਰ ਕਰਕੇ ਤੋਰੇ। ਕਤ ਆਪਨ ਬਚਨਨ ਕੋ ਜੋਰੇ। ਤੇ ਖਾਲਸਾ ਜੀ ਇਹ ਬਚਨ ਕੀਤਾ ਕਿ ਤੁਸਾਂ 5 ਨੇ ਜਾ ਕਰਕੇ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰੂ ਦੀ ਦਿੱਤੀ ਹੋਈ ਤਾਕਤ ਵਿਖਾਉਣੀ ਹੈ।
उन पांचन के नाम सुनाऊं। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਜਿਹੜੇ 5 ਸਿੱਖ ਮੁਕਾਬਲਾ ਕਰਨ ਵਾਸਤੇ ਗਏ ਉਹਨਾਂ ਪੰਜਾਂ ਦਾ ਹੁਣ ਨਾਮ ਸੁਣੋ। ਪਿਨ ਪਿਨ ਉਨ ਪੋਰਖ ਗਾਉ। ਉਹ ਵੱਖੋ ਵੱਖਰੇ ਪਿੰਡਾਂ ਦੇ ਰਹਿਣ ਵਾਲੇ 5 ਸਿੱਖ ਸੂਰਮੇ ਜੰਗ ਦੇ ਮੈਦਾਨ ਵਿੱਚ ਨਿਤਰੇ। ਦੋਰਾ ਬਾਗੜ ਸਿੰਘ, ਕੇਹਰੋ ਸਿੰਘ, ਰਣਜੀਤ ਰਣਜੋਰ। ਕਹਿਣ ਲੱਗੇ ਸਭ ਤੋਂ ਪਹਿਲੇ ਤੇ ਉਹੀ ਭਾਈ ਬਾਗੜ ਸਿੰਘ ਜੀ ਜਿਨ੍ਹਾਂ ਦਾ ਪੈਰ ਨਹੀਂ ਹਿਲਾ ਸਕੇ, ਦੂਸਰੇ ਭਾਈ ਕੇਹਰ ਸਿੰਘ ਜੀ, ਤੀਸਰੇ ਭਾਈ ਰਣਜੀਤ ਸਿੰਘ ਜੀ ਤੇ ਚੌਥੇ ਭਾਈ ਰਣਜੋਰ ਸਿੰਘ ਜੀ। ਇਹ 4 ਸਿੰਘਾਂ ਦਾ ਨਾਮ ਹੈ। ਬਜਰ ਸਿੰਘ ਪੰਚਮ ਦੇ ਸਦਿਓ, ਬਿਨ ਸੁਣ ਸਦਿਓ ਚੜਿਓ ਪੰਥ ਔਰ। ਤੇ ਭਾਈ ਬੱਜਰ ਸਿੰਘ ਜੀ ਇਹ 5ਵੇਂ ਸਿੰਘ ਦਾ ਨਾਮ ਹੈ। ਇਹ 5 ਸਿੰਘ ਭਾਈ ਬਾਗੜ ਸਿੰਘ ਜੀ, ਭਾਈ ਕੇਰ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਭਾਈ ਰਣਜੋਰ ਸਿੰਘ ਜੀ ਤੇ ਭਾਈ ਬੱਜਰ ਸਿੰਘ ਜੀ। ਇਹ 5 ਸਿੰਘ ਬੰਦਾ ਸਿੰਘ ਬਹਾਦਰ ਨੇ ਉਹਨਾਂ ਹਜ਼ਾਰਾਂ ਦੀ ਫੌਜਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਕਰ ਦਿੱਤੇ। ਤੇ ਜਦੋਂ ਇਹਨਾਂ ਪੰਜਾਂ ਨੂੰ ਸੱਦਿਆ, ਜਿਹੜੇ ਹੋਰ ਵੀ ਸਿੱਖ ਸੂਰਮੇ ਸੀ ਉਹ ਵੀ ਬੰਦਾ ਸਿੰਘ ਬਹਾਦਰ ਕੋਲ ਪਹੁੰਚ ਗਏ। ਚੌਪਈ ਪਾਂਚਨ ਕੋ ਸਦਿਓ ਵਰ ਦਿਓ। 5 ਸਿੱਖਾਂ ਨੂੰ ਬੁਲਾ ਕਰਕੇ ਬੰਦਾ ਸਿੰਘ ਬਹਾਦਰ ਨੇ ਵਰ ਦਿੱਤਾ। ਤੁਮ ਕੋ ਮੌਤ ਨਾ ਸ਼ਸਤਰ ਪਿਓ। ਕਹਿਣ ਲੱਗੇ ਖਾਲਸਾ ਜੀ ਚੇਤੇ ਰੱਖੋ ਸ਼ਸਤਰ ਦੇ ਨਾਲ ਤੁਹਾਡੀ ਮੌਤ ਨਹੀਂ ਹੋ ਸਕਦੀ। ਤੁਮੇ ਅਮੇਗ ਬਾਣ ਹਮ ਦਿਓ। ਕਿਉਂਕਿ ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਅਮੋਘ ਬਾਣ ਦਿੱਤਾ ਹੈ ਜਿਹੜਾ ਸਾਰੇ ਸ਼ਸਤਰਾਂ ਦਾ ਮੁਕਾਬਲਾ ਕਰਦਾ ਹੈ। ਭਾਵ ਖਾਲਸਾ ਜੀ ਬੰਦੇ ਕੋਲ ਜਿੰਨੇ ਮਰਜ਼ੀ ਹਥਿਆਰ ਹੋਣ, ਭਾਵੇਂ ਬੰਦੇ ਕੋਲ ਬੰਦੂਕ ਵੀ ਹੋਵੇ ਨਾ, ਬੰਦੂਕ ਪਕੜ ਕਰਕੇ ਕੋਈ ਸੂਰਮਾ ਨਹੀਂ ਬਣ ਜਾਂਦਾ। ਕਿਉਂਕਿ ਬੰਦੂਕ ਲੈ ਲੈਣੀ ਇੱਕ ਗੱਲ ਹੈ, ਬੰਦੂਕ ਚਲਾਉਣ ਦਾ ਜਿਗਰਾ ਇੱਕ ਗੱਲ ਹੈ। ਜਿਹਦੇ ਕੋਲ ਬੰਦੂਕ ਚਲਾਉਣ ਦਾ ਜਿਗਰਾ ਨਾ ਹੋਵੇ ਉਹਦੇ ਵਾਸਤੇ ਬੰਦੂਕ ਕੇਵਲ ਤੇ ਕੇਵਲ ਲੱਕੜ ਦੀ ਡਾਂਗ ਵਰਗੀ ਹੁੰਦੀ ਹੈ। ਜਿਸ ਤਰ੍ਹਾਂ ਲੱਕੜ ਦੀ ਸੋਟੀ ਹੁੰਦੀ ਹੈ, ਕਹਿੰਦੇ ਜਿਹਨੂੰ ਬੰਦੂਕ ਚਲਾਉਣੀ ਨਾ ਆਉਂਦੀ ਹੋਵੇ, ਬੰਦੂਕ ਚਲਾਉਣ ਦਾ ਜਿਗਰਾ ਨਾ ਹੋਵੇ, ਉਹਦੇ ਕੋਲ ਤੇ ਬੰਦੂਕ ਇੱਕ ਡਾਂਗ ਵਰਗੀ ਸੋਟੀ ਵਰਗੀ ਹੈ। ਸੋ ਭਾਵੇਂ ਹਥਿਆਰ ਜਿੰਨੇ ਮਰਜ਼ੀ ਹੋਣ, ਸ਼ਸਤਰ ਜਿੰਨੇ ਮਰਜ਼ੀ ਹੋਣ, ਜੇ ਤੁਹਾਡੇ ਅੰਦਰ ਜਿਗਰਾ ਨਹੀਂ, ਜੇ ਤੁਹਾਡੇ ਅੰਦਰ ਬਲ ਨਹੀਂ, ਤੁਹਾਡੇ ਅੰਦਰ ਇਹ ਕੌਨਫੀਡੈਂਸ ਨਹੀਂ ਵੀ ਤੁਸੀਂ ਮੁਕਾਬਲਾ ਕਰ ਸਕਦੇ ਆ, ਤੇ ਫਿਰ ਖਾਲਸਾ ਜੀ ਹਥਿਆਰ ਫੇਲ ਹੋ ਜਾਂਦੇ। ਤੇ ਧੰਨ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੇ ਅੰਦਰ ਉਹ ਜਜ਼ਬਾ ਭਰਿਆ, ਖਾਲਸੇ ਦੇ ਅੰਦਰ ਉਹ ਤਾਕਤ ਭਰੀ ਹੈ ਕਿ ਭਾਵੇਂ ਸਾਹਮਣੇ 10 ਲੱਖ ਦੀ ਗਿਣਤੀ ਵਿੱਚ ਵੀ ਖੜ ਜਾਵੇ ਤੇ 10 ਲੱਖ ਨੂੰ ਵੇਖ ਕੇ ਗੁਰੂ ਕਾ ਸਿੰਘ ਕਹਿੰਦਾ ਵੀ ਜਿਵੇਂ ਬਿੱਲੀ ਮਾਰੀ ਦੀ ਆ ਉਸੇ ਤਰ੍ਹਾਂ 10 ਲੱਖ ਦਾ ਸਿਪਾਹੀ ਮਾਰ ਦਈਦਾ। ਸੋ ਇਹ ਤਾਕਤ ਹੈ ਅਮੋਘ ਬਾਣ ਦੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਬਖਸ਼ੀ ਹੈ। ਓਏ ਕਾਜ ਜੇ ਮਨ ਚਿਤ ਮੇਓ। ਕਹਿਣ ਲੱਗੇ ਸਿੱਖੋ ਤੁਸੀਂ ਜੇ ਸੱਚ ਵਾਸਤੇ ਕੁਰਬਾਨ ਹੋਣ ਲਈ ਜਾਵੋਗੇ ਤੇ ਬੰਦਾ ਜਦੋਂ ਸੱਚਾ ਹੋਵੇ, ਸੱਚਾ ਬੰਦਾ ਜੋ ਵੀ ਮਨ ਵਿੱਚ ਸੋਚਦਾ ਹੈ ਪ੍ਰਮਾਤਮਾ ਆਪ ਉਸ ਦੇ ਕਾਰਜ ਰਾਸ ਕਰਦਾ ਹੈ। ਖਾਲਸਾ ਜੀ ਜਦੋਂ ਸੱਚਾ ਬੰਦਾ ਹੋਵੇ ਨਾ, ਦੁਨੀਆ ਦੇ ਉੱਤੇ ਕੋਈ ਕੰਮ ਸੋਚੇ ਤੇ ਪ੍ਰਮਾਤਮਾ ਆਪ ਉਸ ਕੰਮ ਨੂੰ ਕਰਨ ਵਿੱਚ ਮਦਦਗਾਰ ਹੋ ਜਾਂਦਾ। ਤੇ ਜੇ ਬੰਦੇ ਦੇ ਮਨ ਦੇ ਵਿੱਚ ਕਿਤੇ ਝੂਠ ਹੋਵੇ, ਜੇ ਬੰਦੇ ਦੇ ਮਨ ਦੇ ਵਿੱਚ ਕਿਤੇ ਖਾਲਸਾ ਜੀ ਦੁਚਿੱਤੀ ਹੋਵੇ, ਤੇ ਬੰਦਾ ਭਾਵੇਂ ਕੰਮ ਕਰਦਾ ਵੀ ਹੋਵੇ ਕੰਮ ਬਣਦੇ ਨਹੀਂ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਵੀ ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ। ਕਹਿੰਦੇ ਪ੍ਰਮਾਤਮਾ ਵੀ ਮਿਲ ਜਾਂਦਾ ਹੈ, ਦੁਨੀਆ ਦੇ ਉੱਤੇ ਕੁਝ ਵੀ ਨਾਮੁਮਕਿਨ ਨਹੀਂ, ਸਭ ਕੁਝ ਮਿਲ ਸਕਦਾ ਹੈ, ਪਰ ਤਾਂ ਮਿਲਦਾ ਜੇ ਤੇਰੀ ਨੀਅਤ ਸਾਫ਼ ਹੋਵੇ, ਤੇਰਾ ਮਨ ਸਾਫ਼ ਹੋਵੇ। ਤੇ ਜਿਨ੍ਹਾਂ ਦੀ ਨੀਅਤ ਸਾਫ਼ ਹੁੰਦੀ ਹੈ, ਮਨ ਸਾਫ਼ ਹੁੰਦਾ ਹੈ, ਉਹਨਾਂ ਨੂੰ ਬੈਠੇ ਬਿਠਾਏ ਪ੍ਰਮਾਤਮਾ ਸਭ ਕੁਝ ਦੇ ਦਿੰਦਾ। ਸੋ ਇਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਕਹਿੰਦੇ ਕਿ ਬੰਦਾ ਸਿੰਘ ਬਹਾਦਰ ਨੇ ਇਸ ਤਰ੍ਹਾਂ ਖਾਲਸਿਆਂ ਨੂੰ ਤਿਆਰ ਕਰਕੇ ਤੋਰਿਆ। ਬਾਗੜ ਸਿੰਘ ਕੋ ਐਸ ਬਤਾਇਓ। ਭਾਈ ਬਾਗੜ ਸਿੰਘ ਨੂੰ ਇੱਕ ਬਚਨ ਕੀਤਾ, ਰਸਤੇ ਫੌਜ ਲੜੇ ਉਸ ਘਾਇਓ। ਕਿ ਭਾਈ ਬਾਗੜ ਸਿੰਘ ਤੇਰੀ ਡਿਊਟੀ ਹੈ, ਜਿਹੜੀ ਫੌਜ ਕਿਲੇ ਦੇ ਰਸਤੇ ਵਿੱਚ ਖੜੀ ਹੈ, ਤੂੰ ਕੇਵਲ ਉਸ ਫੌਜ ਦਾ ਮੁਕਾਬਲਾ ਕਰਨਾ ਹੈ। ਕੇਹਰ ਸਿੰਘ ਕੋ ਦੇ ਹਸਤੀ ਸੌਂਪਾਏ। ਤੇ ਖਾਲਸਾ ਜੀ ਭਾਈ ਕੇਹਰ ਸਿੰਘ ਨੂੰ ਕਿਹਾ ਕਿ ਤੇਰੀ ਡਿਊਟੀ ਹੈ ਹਾਥੀਆਂ ਦਾ ਮੁਕਾਬਲਾ ਕਰਨ ਦੀ। ਇੱਕੇ ਬਾਣ ਸੋ ਦਇਓ ਗਰਾਏ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਜਿਹੜੇ ਸਾਹਮਣੇ ਹਾਥੀ ਖੜੇ ਨੇ, ਭਾਵੇਂ ਉਹਨਾਂ ਵਿੱਚ 18,000 ਹਾਥੀਆਂ ਜਿੰਨੀ ਤਾਕਤ ਹੈ, ਪਰ ਤੂੰ ਆਪਣੇ ਇੱਕੋ ਤੀਰ ਦੇ ਨਾਲ ਉਹਨਾਂ ਹਾਥੀਆਂ ਨੂੰ ਮਾਰ ਕੇ ਵਿਖਾਉਣਾ ਹੈ। ਦੋਰਾ ਰਣਜੋਤ ਸਿੰਘ, ਰਣਜੀਤ ਸਿੰਘ, ਬਾਕੀ ਤਿੰਨ ਦੇ ਉਡਾਲ। ਤੇ ਖਾਲਸਾ ਜੀ ਜਿਹੜੇ ਰਣਜੀਤ ਸਿੰਘ, ਰਣਜੋਤ ਸਿੰਘ, ਇਹ ਸਿੰਘਾਂ ਨੂੰ ਵੀ ਇਹੀ ਬਚਨ ਕੀਤਾ ਕਿ ਜਿਹੜੇ ਬਾਕੀ ਦੇ ਹਾਥੀ ਨੇ
ਉਹਨਾਂ ਨੂੰ ਵੀ ਤੁਸਾਂ ਨੇ ਮਾਰਨਾ ਹੈ। ਇੱਕ ਇੱਕ ਸਿੰਘ ਇੱਕ ਬਾਣ ਛੱਡ ਦਿਖਾਓ ਅਦਭੁਤ ਖਿਆਲ। ਸਾਰੇ ਸਿੰਘਾਂ ਨੂੰ ਕਿਹਾ ਕਿ ਭਾਵੇਂ ਚੱਲੇ ਪੰਜੋ, ਪਰ ਪੰਜਾਂ ਨੇ ਇੱਕੋ ਤੀਰ ਦੇ ਨਾਲ ਇਸ ਤਰ੍ਹਾਂ ਕਲਗੀਆਂ ਵਾਲੇ ਦੀ ਤਾਕਤ ਵਿਖਾਉਣੀ ਕਿ ਇੱਕੋ ਤੀਰ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਢਹਿ ਢੇਰੀ ਹੋ ਜਾਣ। ਬਜਰ ਸਿੰਘ ਕੋ ਇਮ ਕਹਿਓ ਤੁਮ ਇਮ ਬਾਣ ਚਲਾਓ। ਤੇ ਭਾਈ ਬੱਜਰ ਸਿੰਘ ਨੂੰ ਬਚਨ ਕੀਤਾ ਕਿ ਭਾਈ ਬੱਜਰ ਸਿੰਘ ਤੂੰ ਇਸ ਤਰ੍ਹਾਂ ਤੀਰ ਚਲਾਉਣਾ, ਬਾਣ ਚਲਾਉਣਾ ਹੈ ਤਖਤੋ ਚਾਰੋ ਚੂਲ ਸੋ ਇੱਕ ਹੀ ਚੋਟ ਤੁੜਾਓ। ਕਿ ਜਿਹੜਾ ਕਿਲੇ ਦਾ ਮੁੱਖ ਦਰਵਾਜ਼ਾ ਹੈ ਜਿਹਦੀਆਂ 4 ਚੂਲਾਂ ਨੇ, ਤੂੰ ਇਸ ਤਰ੍ਹਾਂ ਤੀਰ ਚਲਾਈ ਵੀ ਤੇਰੇ ਇੱਕੋ ਤੀਰ ਦੇ ਨਾਲ ਉਹ ਦਰਵਾਜ਼ਾ 4 ਚੂਲਾਂ ਵਾਲਾ ਡਿੱਗ ਕੇ ਜ਼ਮੀਨ ਤੇ ਆ ਜਾਵੇ। ਇਸ ਤਰ੍ਹਾਂ ਤੀਰ ਚਲਾਈ। ਚੌਪਈ ਤੋ ਸਿੰਘ ਉੱਠ ਪੰਚ ਸਿਧਾਰੇ। ਕਹਿੰਦੇ ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਨਾਲ ਵਿਚਾਰ ਕਰਕੇ ਰਣਨੀਤੀ ਬਣਾ ਕੇ 5 ਸਿੰਘ ਖਾਲਸਾ ਜੀ ਕਹਿਲੂਰ ਦੇ ਰਿਆਸਤ ਦੇ ਕਿਲੇ ਵੱਲ ਵੱਧ ਕੇ ਜਾ ਰਹੇ ਨੇ। ਭਈ ਖਬਰ ਜਿਉ ਪੰਥ ਮਦ ਸਾਰੇ। ਪਿੱਛੋਂ ਦੂਸਰੇ ਸਿੱਖਾਂ ਨੂੰ ਵੀ ਖਬਰ ਪੈ ਗਈ ਵੀ 5 ਸਿੰਘ ਮੁਕਾਬਲਾ ਕਰਨ ਵਾਸਤੇ ਗਏ ਨੇ। ਸ਼ੋਰ ਪਿਸ਼ੋਰਾ ਉੱਠ ਸਹਿਬਨ ਕੀਓ। ਤੇ ਸਾਰੇ ਖਾਲਸਾ ਜੀ ਬੰਦਾ ਸਿੰਘ ਬਹਾਦਰ ਕੋਲ ਸਿੰਘ ਆ ਕੇ ਗੁਰਮਤਾ ਕਰਨ ਲੱਗੇ। ਪੰਥ ਬੰਦੇ ਅੱਗੋਂ ਆ ਕੇ ਹੋ। ਬੰਦਾ ਸਿੰਘ ਬਹਾਦਰ ਨੂੰ ਸਾਰਿਆਂ ਨੇ ਪੰਥ ਰੂਪ ਹੋ ਕਰਕੇ ਬਚਨ ਕੀਤਾ। ਲਰਨ ਮਰਨ ਠੋਰ ਹਮ ਪਲਚਾਇਓ। ਕਹਿਣ ਲੱਗੇ ਕਿ ਜਦੋਂ ਸਰਹੰਦ ਦਾ ਮੈਦਾਨ ਸੀ, ਜੰਗ ਦੇ ਕਰਤੱਵ ਅਸਾਂ ਵੀ ਵਿਖਾਏ ਨੇ, ਸੋ ਸਾਡਾ ਵੀ ਦਿਲ ਕਰਦਾ ਵੀ ਜੰਗ ਦੇ ਮੈਦਾਨ ਵਿੱਚ ਜਾ ਕਰਕੇ ਜੂਝ ਕੇ ਮਰੀਏ, ਤੇ ਅਸੀਂ ਮਰਨਾ ਚਾਹੁੰਦੇ ਹਾਂ, ਸ਼ਹੀਦ ਹੋਣਾ ਚਾਹੁੰਦੇ ਹਾਂ। ਫਤਿਹ ਉਸ ਅਬ ਉਨੇ ਤਰਾਇਓ। ਤੇ ਪਰ ਤੁਸਾਂ ਨੇ ਫਤਿਹ ਕਰਨ ਵਾਸਤੇ ਕੇਵਲ 5 ਘੱਲ ਦਿੱਤੇ, ਪਰ ਸਾਡੇ ਅੰਦਰ ਵੀ ਉਹ ਦਰਦ ਹੈ ਕਿ ਜਿਨ੍ਹਾਂ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨਾਲ ਧੋਖਾ ਕੀਤਾ, ਉਹਨਾਂ ਪਹਾੜੀ ਰਾਜਿਆਂ ਨਾਲ ਜਾ ਕੇ 2-2 ਹੱਥ ਕਰੀਏ। ਹਮਕੋ ਕਿਵੇਂ ਅਬ ਕੀਓ ਕਨਨ ਨਕਾਰੇ। ਤੂੰ ਕਿਉਂ ਸਾਨੂੰ ਨਕਾਰ ਦਿੱਤਾ, ਕਾਤੋਂ ਜੰਗ ਦੇ ਵਿੱਚ ਨਹੀਂ ਭੇਜਿਆ। ਹਮ ਪੀ ਜਾਵੇ ਉਨਹੀ ਨਾਰੇ। ਇਸ ਕਰਕੇ ਹੁਣ ਆਪਾਂ ਵੀ ਵਿਚਾਰ ਕਰਕੇ ਉਹਨਾਂ ਸਿੰਘਾਂ ਦੇ ਨਾਲ ਜਾਈਏ, ਭਾਵੇਂ ਉਹ 5 ਸਿੰਘ ਪਹਿਲਾ ਮੁਕਾਬਲਾ ਕਰ ਲੈਣ, ਅਸੀਂ ਹਮਲਾ ਨਹੀਂ ਕਰਾਂਗੇ, ਵੇਖ ਜ਼ਰੂਰ ਲਵਾਂਗੇ। ਮਗਰੇ ਪੰਥ ਹੱਲਾ ਕਰ ਦਿਓ। ਸਾਰਿਆਂ ਨੇ ਗੁਰਮਤਾ ਕਰ ਲਿਆ ਤੇ ਪੰਜਾਂ ਦੇ ਮਗਰ ਤੁਰ ਪਏ। ਅੱਲਾ ਅੱਲਾ ਕਰ ਪੰਥ ਚੜ ਗਏ। ਅਕਾਲ ਅਕਾਲ ਗੁਰਬਰ ਅਕਾਲ ਦੇ ਜਕਾਰੇ ਗਜਾਉਂਦੇ ਗਜਾਉਂਦੇ ਘੋੜਿਆਂ ਤੇ ਸਵਾਰ ਗੁਰੂ ਕੇ ਸਿੰਘ ਕਹਿਲੂਰ ਦੇ ਕਿਲੇ ਵੱਲ ਚੜ੍ਹਾਈ ਕਰਦੇ ਨੇ। ਪ੍ਰਥਮ ਪੰਜੇ ਸਿੰਘ ਪਹੁੰਚੇ ਜਾਏ। ਸਭ ਤੋਂ ਪਹਿਲਾਂ 5 ਸਿੰਘ ਜਿਹੜੇ ਭੇਜੇ ਸੀ ਉਹ ਕਿਲੇ ਦੇ ਸਾਹਮਣੇ ਪਹੁੰਚ ਗਏ। ਰਸਤੇ ਦਰਦਾਰ ਸੋ ਰਹੇ ਦੜਾਏ। ਭਾਈ ਬਾਗੜ ਸਿੰਘ ਨੇ ਸਭ ਤੋਂ ਪਹਿਲਾਂ ਰਸਤੇ ਦੀ ਜਿੰਨੀ ਫੌਜ ਸੀ ਸਾਰੀ ਮਾਰ ਮੁਕਾਈ। ਕਹੇ ਜਾਂਦੀ ਕਿਮ ਗਲ ਪਾਵੇ ਬੁਲਾਏ। ਤੇ ਖਾਲਸਾ ਜੀ ਜਿਹੜੇ ਵਿੱਚੋਂ ਅੱਧੇ ਸਿਪਾਹੀ ਸੀ ਨਾ, ਉਹ ਕਹਿਣ ਲੱਗੇ ਵੀ ਇਹ ਸਿੱਖਾਂ ਦਾ ਮੁਕਾਬਲਾ ਕਰਨਾ ਸਾਡੇ ਵੱਸ ਦੀ ਗੱਲ ਨਹੀਂ। ਰਾਜੇ ਆਪ ਤਾਂ ਕਿਲਿਆਂ ਵਿੱਚ ਬੈਠੇ ਆ ਤੇ ਸਾਨੂੰ ਸਿੱਖਾਂ ਤੇ ਹੱਥੋਂ ਮਰਾਉਣਾ ਚਾਹੁੰਦੇ ਆ। ਕਹਿੰਦੇ ਅੱਧੇ ਸਿਪਾਹੀ ਆਪ ਹੀ ਰਸਤਾ ਛੱਡੀ ਜਾਂਦੇ ਸੀ ਤੇ ਕਹੀ ਜਾਂਦੇ ਸੀ ਕਿ ਖਾਲਸਾ ਜੀ ਕਿਲੇ ਦਾ ਦਰਵਾਜ਼ਾ ਉਧਰ ਹੈ, ਰਾਜੇ ਕਿਲੇ ਦੇ ਵਿੱਚ ਨੇ, ਰਾਜਿਆਂ ਵੱਲ ਜਾਓ। ਕਹਿੰਦੇ ਸਿੰਘਾਂ ਦੇ ਪ੍ਰਤਾਪ ਨੂੰ ਵੇਖ ਕੇ ਅੱਧੀਆਂ ਫੌਜਾਂ ਆਪ ਹੀ ਡਰ ਡਰ ਕੇ ਭੱਜ ਰਹੀਆਂ ਸਨ। ਦੋਹਰਾ ਕੇਰ ਸਿੰਘ ਆਗੇ ਟੁਰਿਓ ਔਰ ਸਿੰਘ ਦੋਏ ਸਾਥ। ਤੇ ਭਾਈ ਕੇਰ ਸਿੰਘ ਤੇ ਉਹਨਾਂ ਦੇ ਨਾਲ 2 ਸਿੰਘ ਹੋਰ ਉਹ ਹੁਣ ਕਿਲੇ ਵੱਲ ਵਧੇ। ਇੱਕ ਇੱਕ ਤੀਰ ਤੀਸ਼ਨ ਛੱਡੇ ਪੰਨੇ 7 ਫੀਲਨ ਮਾਥ। ਤੇ ਖਾਲਸਾ ਜੀ ਜਿਨ੍ਹਾਂ ਹਾਥੀਆਂ ਦੇ ਮੱਥਿਆਂ ਦੇ ਉੱਤੇ ਫੌਲਾਦ ਦੇ ਲੋਹੇ ਦੇ ਤਵੇ ਬੰਨੇ ਸੀ, ਭਾਈ ਕੇਰ ਸਿੰਘ ਨੇ ਤੇ ਨਾਲ ਦੇ 2 ਸਿੰਘਾਂ ਨੇ ਕਹਿੰਦੇ ਇੱਕ ਇੱਕ ਤੀਰ ਹੀ ਛੱਡਿਆ ਤੇ ਕਹਿੰਦੇ 7 ਦੇ 7 ਹਾਥੀ ਇੱਕੋ ਤੀਰ ਦੇ ਨਾਲ ਮਾਰ ਕੇ ਢਹਿ ਢੇਰੀ ਕਰ ਦਿੱਤੇ। ਚੌਪਈ ਬਜਰ ਸਿੰਘ ਤੋਂ ਅੱਗੇ ਸਦਾਇਓ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਬੱਜਰ ਸਿੰਘ ਜੀ ਅਗਾਂਹ ਨੂੰ ਵਧੇ। ਇਕੇ ਬਾਣ ਸੇ ਕਪਾਟ ਮਿਠਾਇਓ। ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚੇਤੇ ਕਰਕੇ ਖਾਲਸਾ ਜੀ ਕਲਗੀਧਰ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਇੱਕੋ ਤੀਰ ਕਿਲੇ ਦੇ ਮੁੱਖ ਦਰਵਾਜ਼ੇ ਵੱਲ ਛੱਡਿਆ। ਚਾਰੋ ਚੂਲੋ ਤੋੜ ਸੋ ਗਇਓ। ਕਹਿੰਦੇ ਇੱਕੋ ਤੀਰ ਛੱਡਿਆ। ਕਿਲੇ ਦਾ ਦਰਵਾਜ਼ਾ ਕਿੰਨਾ ਵੱਡਾ ਹੁੰਦਾ ਹੈ, 4 ਚੂਲਾਂ ਵਾਲਾ ਦਰਵਾਜ਼ਾ ਇੱਕੋ ਤੀਰ ਦੇ ਨਾਲ ਹੀ ਟੁੱਟ ਗਿਆ। ਗੜੀ ਮੱਧ ਤਰ ਥੱਲੇ ਪਿਓ। ਤੇ ਕਹਿੰਦੇ ਕਿਲੇ ਦੇ ਅੰਦਰ ਥਰਥੱਲਾ
ਮਚ ਗਿਆ ਕਿ ਏਡਾ ਵੱਡਾ ਦਰਵਾਜ਼ਾ ਇੱਕੋ ਤੀਰ ਦੇ ਨਾਲ ਗੁਰੂ ਕੇ ਸਿੰਘ ਨੇ ਤੋੜ ਦਿੱਤਾ। ਕੋਲੋ ਦਲ ਖਾਲਸੇ ਕੋ ਆਇਓ। ਕਹਿੰਦੇ ਜਦੋਂ ਕਿਲੇ ਦਾ ਦਰਵਾਜ਼ਾ ਟੁੱਟ ਗਿਆ, ਖਾਲਸਾ ਜੀ ਪਿੱਛੋਂ ਸਾਰੇ ਸਿੰਘ ਉਹ ਵੀ ਕਿਲੇ ਦੇ ਅੰਦਰ ਪ੍ਰਵੇਸ਼ ਕਰ ਗਏ। ਜੋ ਨ ਲਬਿਓ ਸੋ ਕੱਟ ਗਿਰਾਇਓ। ਕਹਿੰਦੇ ਜਿਹੜਾ ਵੀ ਪਹਾੜੀ ਰਾਜਾ ਤੇ ਜਿਹੜਾ ਵੀ ਖਾਲਸਾ ਜੀ ਉਹ ਪਠਾਨ ਨਜ਼ਰ ਆਇਆ, ਕਹਿੰਦੇ ਉਹਨਾਂ ਨੂੰ ਉੱਥੇ ਹੀ ਗੁਰੂ ਕੇ ਸਿੰਘ ਸੋਧੀ ਜਾਂਦੇ ਨੇ। ਦੇਖ ਭਜਤ ਤਿਨ ਲੀਨੇ ਘੇਰ। ਕਹਿੰਦੇ ਜਦੋਂ ਖਾਲਸਾ ਚੜਿਆ ਆਉਂਦਾ ਨਾ, ਤੇ ਜਿਹੜੇ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਸੀ, ਕਹਿੰਦੇ ਅੱਜ ਉਹ ਰਾਜਿਆਂ ਨੂੰ ਦਿਨ ਚੇਤੇ ਆ ਗਏ। ਕਹਿੰਦੇ ਘੋੜਿਆਂ ਤੇ ਸਿੰਘ ਸਵਾਰ ਹੋ ਕੇ ਆ ਰਹੇ, ਤੇ ਰਾਜੇ ਕਹਿੰਦੇ ਵੀ ਘੋੜਿਆਂ ਤੇ ਸਿੰਘ ਨਹੀਂ ਸਵਾਰ, ਘੋੜਿਆਂ ਤੇ ਸਾਡੀ ਮੌਤ ਸਵਾਰ ਹੋ ਕੇ ਆ ਰਹੀ। ਤੇ ਸਾਰੇ ਹੀ ਰਾਜੇ ਗੁਰੂ ਕੇ ਸਿੰਘਾਂ ਨੂੰ ਵੇਖ ਕੇ ਭੱਜ ਭੱਜ ਜਾਂਦੇ ਨੇ। ਜਿਉ ਹੁਤੇ ਮਹਿਰਮ ਸਿੰਘ ਸਰਸੇ ਬੇਰ। ਕਿਉਂਕਿ ਹੁਣ ਕੱਲੇ ਕੱਲੇ ਬਾਰੇ, ਕੱਲੀ ਕੱਲੀ ਰਿਆਸਤ ਬਾਰੇ ਖਾਲਸਾ ਜੀ ਸਿੰਘ ਜਾਣਦੇ, ਕਿਉਂਕਿ ਸਿੰਘ ਆਨੰਦਪੁਰ ਸਾਹਿਬ ਤੋਂ ਹਜੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ। ਮਹਾਰਾਜ ਦੇ ਸਿੰਘਾਂ ਨੂੰ ਪਤਾ ਸੀ ਕਿ ਕਿੰਨਾਂ ਨੇ ਹਮਲਾ ਕੀਤਾ। ਉਹਨਾਂ ਸਿੰਘਾਂ ਨੇ ਅੱਗੇ ਦੂਸਰੇ ਸਿੰਘਾਂ ਨੂੰ ਦੱਸ ਦਿੱਤਾ ਸੀ ਵੀ ਇਸ ਰਿਆਸਤ ਦੇ ਰਾਜੇ ਨੇ ਹਮਲਾ ਕੀਤਾ। ਕਹਿੰਦੇ ਜਿਹੜੇ ਜਿਹੜੇ ਰਾਜੇ ਦਾ ਪਤਾ ਚੱਲਦਾ, ਗੁਰੂ ਕੇ ਸਿੰਘ ਜਾ ਕੇ ਧੌਣ ਤੋਂ ਹੀ ਫੜਦੇ ਨੇ। ਦੋਰਾ ਤਿਉ ਸਿੰਘਨ ਸ਼ਮਸ਼ੇਰ ਫੜ ਕੱਟ ਦੋ ਧਰ ਕਰ ਦੀਨ। ਕਹਿੰਦੇ ਫਿਰ ਗੁਰੂ ਕੇ ਸਿੰਘਾਂ ਨੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਚੰਡੀ ਪਕੜੀ, ਭਾਵ ਸ਼ਮਸ਼ੀਰ ਪਕੜੀ। ਤੇ ਜਿਸ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਨਮੋ ਸ੍ਰੀ ਭਗਉਤੀ ਬਡੈਲੀ ਸਰੋਹੀ ਕਰੇ ਏਕ ਤੇ ਦਵੈ ਸੁਪਟ ਹਾਥ ਸੋਹੀ। ਕਿ ਜਿਹੜੀ ਆ ਗਾਤਰੇ ਵਿੱਚ ਤੇਗ ਪਈ ਹੈ ਨਾ, ਕਹਿੰਦੇ ਨਮਸਕਾਰ ਹੈ ਤੈਨੂੰ। ਗੁਰੂ ਗੋਬਿੰਦ ਸਿੰਘ ਕਹਿੰਦੇ ਨਮਸਕਾਰ ਇਸ ਕਰਕੇ ਹੈ ਕਿ ਜਿਹੜਾ ਇੱਕ ਜ਼ੁਲਮੀ ਸ਼ਰੀਰ ਹੁੰਦਾ ਹੈ, ਇਹ ਉਸ ਜ਼ੁਲਮੀ ਸ਼ਰੀਰ ਦੇ ਦੋ ਹਿੱਸੇ ਕਰ ਦਿੰਦੀ ਹੈ। ਕਹਿੰਦੇ ਇਸੇ ਤਰ੍ਹਾਂ ਆਪਣੀਆਂ ਸ਼ਮਸ਼ੀਰਾਂ ਨਾਲ ਉਹਨਾਂ ਪਾਪੀਆਂ ਦੇ ਗੁਰੂ ਕੇ ਖਾਲਸੇ ਨੇ ਦੋ ਦੋ ਹਿੱਸੇ ਕਰ ਦਿੱਤੇ। ਔਰਨ ਕੇ ਹੱਥ ਜੋ ਲਬੇ ਜਾਨ ਛੋੜ ਲੈ ਛੀਨ। ਤੇ ਕਹਿੰਦੇ ਜਿਹੜਾ ਕੋਈ ਖਾਲਸੇ ਤੋਂ ਬਚ ਜਾਂਦਾ, ਉਹ ਫਿਰ ਖਾਲਸਾ ਜੀ ਦੋਵੇਂ ਹੱਥ ਜੋੜ ਕੇ ਹੀ ਕਹਿੰਦਾ ਕਿ ਸਾਡੀ ਜਾਨ ਬਖਸ਼ ਦਿਓ। ਚੌਪਈ ਤੋਂ ਬੰਦੋ ਜੀ ਗੈਲ ਚੜ ਆਇਓ। ਹੁਣ ਜਿੱਥੇ ਖਾਲਸਾ ਚੜਿਆ ਹੋਇਆ, ਉੱਥੇ ਬੰਦਾ ਸਿੰਘ ਬਹਾਦਰ ਨੇ ਵੀ ਕਿਲੇ ਤੇ ਚੜ੍ਹਾਈ ਕੀਤੀ ਹੋਈ ਹੈ। ਰਾਜਾ ਨੱਠੇ ਦੇਖ ਦਲ ਗੈਲੋ ਖੜਾਇਓ। ਕਹਿੰਦੇ ਕਹਿਲੂਰ ਦਾ ਰਾਜਾ ਭਜਣਾ ਚਾਹੁੰਦਾ ਸੀ, ਬੰਦਾ ਸਿੰਘ ਬਹਾਦਰ ਨੇ ਪਕੜ ਲਿਆ। ਨੱਠੋ ਗੈਲ ਕੇ ਹੋ ਪੜਨੋ ਨਾਹੇ। ਕਹਿਣ ਲੱਗੇ ਕਿੱਧਰ ਨੂੰ ਜਾਂਦਾ ਹੈ, ਤੈਨੂੰ ਭੱਜਣ ਨਹੀਂ ਦਵਾਂਗੇ। ਮਾਰੇ ਤੇਰਾ ਸੈਕਲੂਰੀਏ ਤਾਹੇ। ਕਹਿੰਦੇ ਜਿਹੜੇ ਖਾਲਸਾ ਜੀ 1300 ਕਹਿਲੂਰੀਏ ਰਿਆਸਤਾਂ ਦੇ ਕੌਮੀ ਫੌਜਾਂ ਸਨ, ਉਹ 5 ਗੁਰੂ ਕਿਆਂ ਸਿੱਖਾਂ ਨੇ ਐਸੀਆਂ ਮਾਰ ਮੁਕਾਈਆਂ। ਕਾਤੇ ਤੇਰਾ ਤਹੀਂ ਪੁਟਾਏ। ਖਾਲਸਾ ਜੀ ਤੇ ਜਦੋਂ 1300 ਦੇ 1300 ਹੀ ਮਾਰ ਦਿੱਤੇ, ਕਹਿੰਦੇ ਉੱਥੇ ਹੀ ਉਹਨਾਂ ਦੀਆਂ ਕਬਰਾਂ ਪੁੱਟ ਕੇ ਉੱਥੇ ਹੀ ਦਫਨ ਕਰ ਦਿੱਤੇ। ਸੋ ਗਿਣਦਾ ਦਏ ਦਬਾਏ। ਸੋ ਕਹਿੰਦੇ ਕੱਲਾ ਕੱਲਾ ਸਿੰਘ 100 ਨੂੰ ਜਾ ਕਰਕੇ ਦਫਨ ਕਰਦਾ ਹੈ। ਤਬ ਬਿਲਾਸਪੁਰੇ ਵੱਲ ਬੰਦਾ ਧਾਇਓ। ਹੁਣ ਜਦੋਂ ਕਹਿਲੂਰ ਰਿਆਸਤ ਨੂੰ ਜਿੱਤ ਲਿਆ, ਫਤਿਹ ਕਰ ਲਿਆ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਬਿਲਾਸਪੁਰ ਵੱਲ ਚੜ੍ਹਾਈ ਕਰਦੇ ਨੇ। ਮਾਰ ਲੂਟ ਤੋਂ ਫੂਕ ਗਿਰਾਇਓ। ਤੇ ਬਿਲਾਸਪੁਰ ਵੱਲ ਚੜ੍ਹਾਈ ਜਦੋਂ ਕੀਤੀ, ਬਿਲਾਸਪੁਰ ਰਿਆਸਤ ਦਾ ਸਾਰਾ ਸਰਕਾਰੀ ਸ਼ਾਹੀ ਖਜ਼ਾਨਾ ਲੁੱਟ ਲਿਆ। ਸਪਤ ਧਾਰ ਮਦ ਪਰ ਕਈ ਧਾਕ। ਜਿਹੜੀਆਂ 22 ਧਾਰਾਂ ਦੇ ਵਿੱਚੋਂ 7 ਧਾਰਾਂ ਕਹਿੰਦੇ ਸਾਰੇ ਪਾਸੇ ਧਾਕ ਪੈ ਗਈ। ਡੰਕਾ ਬਾਜੇ ਫਤਿਹ ਕਾ ਨਿਹਕਲੰਕ ਅਵਤਾਰ ਖਾਲਸਾ ਜੀ। ਇਸ ਤਰ੍ਹਾਂ ਕਹਿੰਦੇ ਖਾਲਸੇ ਦਾ ਡੰਕਾ ਵੱਜਣ ਲੱਗ ਪਿਆ। ਸਾਰੇ ਪਾਸੇ ਚਰਚਾ ਛਿੜ ਗਈ ਕਿ ਨੰਦੇੜ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈ ਕੇ ਗੁਰੂ ਕਾ ਖਾਲਸਾ ਬੰਦਾ ਸਿੰਘ ਬਹਾਦਰ ਚੜ ਕੇ ਆਇਆ ਹੈ। ਸਭਨ ਮਿਲ ਕੇ ਘਲਿਓ ਵਾਕ। ਕਹਿੰਦੇ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਵੀ ਇਹਨਾਂ ਰਿਆਸਤਾਂ ਤੇ ਵੀ ਹਮਲਾ ਹੋ ਸਕਦਾ ਹੈ, ਸਾਰੇ ਹੀ ਬੜੇ ਫਿਰ ਨੀਵੇਂ ਜਿਹੇ ਹੋ ਕਰਕੇ ਆਪਣੇ ਸੁਨੇਹੇ ਬੰਦਾ ਸਿੰਘ ਬਹਾਦਰ ਨੂੰ ਭੇਜਦੇ ਨੇ। ਹਮ ਤੋ ਹੁਤੇ ਘਰ ਸਿੱਖ ਗੁਰ ਕੇਰੇ। ਤੇ ਬੇਨਤੀਆਂ ਕਰਦੇ ਕਿ ਸਾਨੂੰ ਬਖਸ਼ ਦਿਓ, ਅਸੀਂ ਤੇ ਗੁਰੂ ਨਾਨਕ ਦੇ ਘਰ ਦੇ ਸਿੱਖ ਹੀ ਹਾਂ, ਅਸੀਂ ਤੇ ਗੁਰੂ ਘਰ ਦੇ ਸ਼ਰਧਾਲੂ ਹਾਂ। ਹੁਤੇ ਕੀਏ ਗੁਰ ਕਹਿਲੂਰੀਅਨ ਭੇਰੇ। ਤੇ ਕਹਿਣ ਲੱਗੇ ਵੀ ਕਹਿਲੂਰ ਦੇ ਰਾਜੇ ਨੇ ਹੀ ਗੁਰੂ ਗੋਬਿੰਦ ਸਿੰਘ ਨੂੰ ਧੋਖਾ ਦਿੱਤਾ, ਉਹਨੇ ਹੀ ਹਮਲਾ ਕੀਤਾ ਸੀ, ਪਰ ਅਸੀਂ ਤੇ ਗੁਰੂ ਘਰ ਦੇ ਸ਼ਰਧਾਲੂ ਹਾਂ। ਇਮ ਕਹਿ ਕੇ ਸਭ ਹੀ ਮਿਲ ਪਏ। ਸੋ ਇਸ ਤਰ੍ਹਾਂ ਖਾਲਸਾ ਜੀ ਸਾਰੇ ਗੁਰੂ ਖਾਲਸਾ ਪੰਥ ਅੱਗੇ
ਤਰਲੇ ਲੈ ਕਰਕੇ ਆਪਣੀਆਂ ਭੁੱਲਾਂ ਬਖਸ਼ਾ ਕਰਕੇ ਖਾਲਸੇ ਦੇ ਨਾਲ ਮਿਲ ਗਏ ਟਕੇ ਪਤਸ਼ਾਹੀ ਸਭ ਭੇਜਤ ਭਏ ਤੇ ਸਾਰੇ ਆਪੋ ਆਪਣੀ ਰਿਆਸਤਾਂ ਦੇ ਵਿੱਚੋਂ ਖਾਲਸੇ ਵਾਸਤੇ ਰਸਦਾਂ ਭੇਜਣ ਲੱਗ ਪਏ। ਹੋਏ ਸਿੱਖ ਜੋ ਪੈਸਾ ਦੇ ਤੇ ਖਾਲਸਾ ਜੀ ਜਿਹੜਾ ਵੀ ਬੰਦਾ ਸਿੰਘ ਬਹਾਦਰ ਕੋਲ ਸਿੱਖ ਆਉਂਦਾ ਉਹ ਕੋਈ ਨਾ ਕੋਈ ਸ਼ਾਹੀ ਖਜ਼ਾਨੇ ਦੇ ਵਿੱਚੋਂ ਜਾਂ ਆਪੋ ਆਪਣੀ ਸਮਰੱਥਾ ਮੁਤਾਬਕ ਮਾਇਆ ਦਾ ਦਸਵੰਧ ਲੈ ਕੇ ਆਉਂਦਾ। ਬੰਦੇ ਤੇ ਵਹਿ ਮੋਹਰਾਂ ਲੈ ਪਰ ਕਹਿੰਦੇ ਬੰਦਾ ਸਿੰਘ ਬਹਾਦਰ ਨੇ ਕਿਸੇ ਦਾ ਅਹਿਸਾਨ ਨਹੀਂ ਰੱਖਿਆ। ਜਿਹੜਾ ਵੀ ਆਉਂਦਾ ਹੈ ਖਾਲਸਾ ਪੰਥ ਆਪਣੇ ਖੀਸੇ ਦੇ ਵਿੱਚੋਂ ਇੱਕ ਇੱਕ ਸੋਨੇ ਦੀ ਮੋਹਰ ਦੇ ਕਰਕੇ ਤੋਰਦਾ। ਖਾਲਸਾ ਜੀ ਕਿਸੇ ਉੱਤੇ ਵੀ ਵਾਧੀ ਨਹੀਂ ਕੀਤੀ। ਜੇ ਸਰਕਾਰ ਦਾ ਸ਼ਾਹੀ ਖਜ਼ਾਨਾ ਲੁੱਟਿਆ ਵੀ ਤੇ ਬੰਦਾ ਸਿੰਘ ਬਹਾਦਰ ਨੇ ਆਮ ਲੋਕਾਂ ਦੇ ਵਿੱਚ ਜ਼ਰੂਰ ਵੰਡਿਆ ਹੈ। ਦੁੱਖ ਸੁਖੇ ਤਿਸ ਮਿਲੇ ਸੋ ਦੂਧ ਸੋ ਜਦੋਂ ਗੁਰੂ ਕੇ ਸਿੰਘਾਂ ਨੇ ਫਤਿਹ ਕਰ ਲਈ, ਸਿੰਘ ਡੇਰਾ ਲਾ ਕੇ ਬਾਣੀ ਪੜ੍ਹਦੇ, ਗੁਰੂ ਨੂੰ ਯਾਦ ਕਰਦੇ ਤੇ ਜਿੱਥੇ ਬਾਣੀ ਪੜ੍ਹੀ ਜਾਵੇ, ਗੁਰੂ ਨੂੰ ਯਾਦ ਕੀਤਾ ਜਾਵੇ, ਉੱਥੇ ਦੁਖੀਆਂ ਦੇ ਦੁੱਖ ਵੀ ਦੂਰ ਹੁੰਦੇ। ਕਹਿੰਦੇ ਜਿਹੜੇ ਦੁਖੀ ਲੋਕ ਆਉਂਦੇ ਖਾਲਸੇ ਦੇ ਕੋਲ, ਖਾਲਸਾ ਉਹਨਾਂ ਦੀ ਅਰਦਾਸ ਕਰਦਾ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਖਾਲਸਾ ਜੀ ਉਹਨਾਂ ਦੁਖੀਆਂ ਨੂੰ ਸੁੱਖ ਮਿਲ ਜਾਂਦੇ। ਪੁੱਤ ਮੰਗੇ ਪੁੱਤ ਆਵੇ ਸੁਧ ਜਿਹੜਾ ਔਲਾਦ ਮੰਗਦਾ, ਪੁੱਤਰ ਮੰਗਦਾ ਹੈ ਖਾਲਸਾ ਜੀ, ਉਹਨੂੰ ਖਾਲਸੇ ਦੀ ਅਰਦਾਸ ਦੇ ਨਾਲ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਔਲਾਦ ਦਾ ਸੁੱਖ ਮਿਲਦਾ ਹੈ। ਦੁਖੀਏ ਦੁੱਖ ਹੋਵੇ ਤਿਸ ਦੂਰ ਜਿਹੜਾ ਕੋਈ ਆਪਣੇ ਦੁੱਖ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਖਾਲਸੇ ਤੋਂ ਅਰਦਾਸ ਕਰਾਉਂਦਾ, ਉਹਦੇ ਦੁੱਖ ਦੂਰ ਹੁੰਦੇ ਨੇ। ਤਨ ਮੰਗੇ ਕਰ ਹੋਏ ਭਰਪੂਰ ਜਿਹੜਾ ਕੋਈ ਧਨ ਦੀ ਇੱਛਾ, ਮਾਇਆ ਦੀ ਇੱਛਾ ਰੱਖਦਾ ਹੈ, ਗੁਰੂ ਨਾਨਕ ਦੇ ਘਰ ਦੇ ਵਿੱਚੋਂ ਉਹ ਮਿਲਦਾ ਹੈ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ, ਕੋਈ ਨਾਮ ਦੇ ਨਾਲ ਆਪਣੀ ਰਸਨਾ ਨੂੰ ਜੋੜੇ ਤੇ ਜੋ ਵੀ ਗੁਰੂ ਕਾ ਸਿੱਖ ਮੰਗਦਾ ਗੁਰੂ ਨਾਨਕ ਦੇ ਘਰ ਵਿੱਚੋਂ ਜ਼ਰੂਰ ਮਿਲਦਾ ਹੈ। ਸਿੱਖ ਪੰਜਨ ਤੇ ਅਰਦਾਸ ਕਰਾਵੇ ਤੇ ਪੰਜਾਂ ਸਿੰਘਾਂ ਤੋਂ ਆ ਕਰਕੇ ਜਦੋਂ ਗੁਰੂ ਕੀ ਸੰਗਤ ਅਰਦਾਸ ਕਰਾਉਂਦੀ ਹੈ, ਜੋ ਮੰਗੇ ਸੋ ਦਿਵਾਵੇ। ਕਹਿੰਦੇ ਪੰਜਾਂ ਸਿੰਘਾਂ ਦੀ ਅਰਦਾਸ ਦੇ ਵਿੱਚ ਇਹ ਤਾਕਤ ਹੈ, ਇਹ ਰਹਿਮਤ ਹੈ ਕਿ ਪੰਜ ਗੁਰੂ ਕੇ ਸਿੱਖ ਜਿਹਦੀ ਅਰਦਾਸ ਕਰਦੇ ਨੇ ਖਾਲਸਾ ਜੀ, ਉਹਦੀ ਝੋਲੀ ਵਿੱਚ ਦਾਤ ਜ਼ਰੂਰ ਪੈਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਕਿ ਜਿਨ੍ਹਾਂ ਦੀ ਗੁਰੂ ਕੀ ਸੰਗਤ ਦੀ, ਜਿਸ ਗੁਰੂ ਕੇ ਸਿੱਖ ਦੀ ਅਰਦਾਸ ਪੰਜ ਤਿਆਰ ਬਰ ਤਿਆਰ ਗੁਰੂ ਕੇ ਸਿੰਘ ਗੁਰੂ ਕੇ ਖਾਲਸੇ ਕਰ ਦੇਣਗੇ। ਜਦੋਂ ਪੰਜ ਸਿੰਘ ਕਿਸੇ ਦੀ ਅਰਦਾਸ ਕਰਨਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਉਹਦੀ ਝੋਲੀ ਵਿੱਚ ਆ ਕਰਕੇ ਦਾਤ ਪਾ ਦੇਣਗੇ। ਪੰਜ ਸਿੰਘਣ ਤੇ ਅਰਦਾਸ ਕਰਾਵੋ, ਜੋ ਬਰ ਚਾਹੋ ਸੋਈ ਬਰ ਪਾਵੋ। ਸੋ ਇਸ ਤਰ੍ਹਾਂ ਇਹ ਰਹਿਮਤਾਂ ਸਤਿਗੁਰਾਂ ਨੇ ਆਪਣੇ ਖਾਲਸਿਆਂ ਨੂੰ, ਆਪਣੇ ਸਿੱਖਾਂ ਨੂੰ ਦਿੱਤੀਆਂ। ਦੇਵ ਭੂਤ ਮੁਖ ਦੇਖਿਆ ਜਾਏ। ਹੁਣ ਪੁਰਾਣੇ ਸਮਿਆਂ ਵਿੱਚ ਜੋ ਖਾਲਸਾ ਜੀ ਜਾਦੂ ਟੂਣਾ ਚੱਲਦਾ, ਕਈਆਂ ਦੇ ਘਰ ਦੇ ਵਿੱਚ ਕੋਈ ਪਰੇਸ਼ਾਨੀ, ਕਹਿੰਦੇ ਜਦੋਂ ਖਾਲਸੇ ਦੇ ਦਰਸ਼ਨ ਕਰਦੇ, ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ, ਉਹ ਵੀ ਦੂਰ ਹੋ ਜਾਂਦੀ ਹੈ। ਰਹੇ ਨਹੀਂ ਜੋ ਹੋਵੇ ਬਲਾਏ। ਸੋ ਜੇ ਕੋਈ ਮਾੜੀ ਨੈਗੇਟਿਵ ਵਾਈਬ੍ਰੇਸ਼ਨਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਕਿਸੇ ਦੇ ਘਰ ਵਿੱਚ ਹੁੰਦੀਆਂ, ਜਦੋਂ ਗੁਰੂ ਕੀ ਸੰਗਤ ਆਪਣੇ ਘਰ ਵਿੱਚ ਉਹਨਾਂ ਗੁਰੂ ਕੇ ਸਿੰਘਾਂ ਨੂੰ ਲੈ ਕੇ ਜਾਂਦੀ, ਨੈਗੇਟਿਵ ਵਾਈਬ੍ਰੇਸ਼ਨਸ ਦੂਰ ਹੋ ਜਾਂਦੀ। ਖਾਲਸਾ ਜੀ ਇਹ ਤਾਂ ਜੇ ਸਿੱਖ ਬਾਣੀ ਪੜ੍ਹਨ ਵਾਲਾ ਹੋਵੇ, ਬਾਣੀ ਬਾਣੇ ਦਾ ਧਾਰਨੀ ਹੋਵੇ, ਜਿਸ ਘਰ ਦੇ ਵਿੱਚ ਸਿਮਰਨ ਹੁੰਦਾ ਹੋਵੇ, ਮੂਲ ਮੰਤਰ ਹੁੰਦਾ ਹੋਵੇ, ਤੇ ਉਸ ਵਕਤ ਘਰ ਦੇ ਵਿੱਚੋਂ ਨੈਗੇਟਿਵ ਵਾਈਬ੍ਰੇਸ਼ਨਸ ਦੂਰ ਹੁੰਦੀਆਂ। ਦਰਅਸਲ ਅੱਜ ਸਿਮਰਨ ਦੇ ਅਭਿਆਸ ਤੋਂ, ਸਿਮਰਨ ਦੀ ਜੁਗਤੀ ਤੋਂ ਅਸੀਂ ਦੂਰ ਜਾਂਦੇ ਹਾਂ। ਪਰ ਅਭਿਆਸ ਕਰਕੇ, ਅਨੁਭਵ ਕਰਕੇ ਵੇਖੋ, ਘਰ ਦੇ ਵਿੱਚ ਰੋਜ਼ਾਨਾ ਚੌਂਕੜਾ ਲਾ ਕੇ, ਘਰ ਦੇ ਕਿਸੇ ਵੀ ਕਮਰੇ ਦੇ ਵਿੱਚ ਚੌਂਕੜਾ ਲਾ ਕੇ ਬੈਠ ਕਰਕੇ, ਨੇਤਰ ਬੰਦ ਕਰਕੇ, ਲੰਮਾ ਸਾਹ ਖਿੱਚ ਕਰਕੇ, ਫਿਰ ਉਸ ਸਵਾਸ ਦੇ ਨਾਲ ਸਵਾਸ ਗਿਰਾਸ ਵਾਹਿਗੁਰੂ ਗੁਰਮੰਤਰ ਜਾਂ ਸਤਨਾਮ ਵਾਹਿਗੁਰੂ ਦਾ ਅਭਿਆਸ ਕਰੋ। ਜਿਸ ਤਰ੍ਹਾਂ ਕਾਰ ਸੇਵਾ ਦੇ ਵਿੱਚ ਮਹਾਂਪੁਰਖ ਸਤਨਾਮ ਵਾਹਿਗੁਰੂ ਦਾ ਅਭਿਆਸ ਕਰਦੇ, ਜਦੋਂ ਖਾਲਸਾ ਜੀ ਚੌਂਕੜਾ ਲਾ ਕੇ ਅਭਿਆਸ ਕਰਦੇ ਆ ਨਾ ਸਿਮਰਨ ਦਾ, ਸਤਨਾਮ ਵਾਹਿਗੁਰੂ ਦਾ, ਜੋ ਸਾਡੇ ਸਰੀਰ ਦੇ ਰੋਮ ਨੇ, ਇਹ ਕੱਲਾ ਕੱਲਾ ਰੋਮ ਖੜਾ ਹੁੰਦਾ ਤੇ ਜਦੋਂ ਰੋਮ ਖੜੇ ਹੁੰਦੇ ਨੇ, ਇਹਨਾਂ ਰੋਮਾਂ ਦੇ ਵਿੱਚੋਂ ਇੱਕ ਤਰੰਗਾਂ ਨਿਕਲਦੀਆਂ, ਇੱਕ ਵਾਈਬ੍ਰੇਸ਼ਨਸ ਨਿਕਲਦੀਆਂ। ਉਹ ਜਿਹੜੀਆਂ ਵਾਈਬ੍ਰੇਸ਼ਨਸ ਹੁੰਦੀਆਂ ਸਾਡੇ ਆਲੇ ਦੁਆਲੇ ਇੱਕ ਔਰਾ ਬਣਾ ਦਿੰਦੀਆਂ, ਜਿਸ ਔਰੇ ਬਾਰੇ ਬਾਣੀ ਚਾਹੁੰਦਾ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਤੇ ਕਹਿੰਦੇ ਉਹ ਔਰਾ ਇੰਨਾ ਮਜ਼ਬੂਤ ਹੁੰਦਾ ਕਿ ਜਿਸ ਘਰ ਦੇ ਵਿੱਚ ਵੀ ਔਰੇ ਵਾਲਾ ਸੱਜਣ, ਬਾਣੀ ਦਾ ਅਭਿਆਸ ਕਰਨ ਵਾਲਾ ਸੱਜਣ ਚਲਿਆ ਜਾਵੇ, ਉੱਥੋਂ ਦਾ ਮਾਹੌਲ ਚੇਂਜ ਕਰ ਦਿੰਦਾ, ਵਾਤਾਵਰਨ ਚੇਂਜ ਕਰ ਦਿੰਦਾ।
ਪਰ ਹੁੰਦਾ ਤਾਂ ਏ ਜੇ ਸਿਮਰਨ ਕਰਾਂਗੇ, ਨਾਮ ਅਭਿਆਸ ਦੇ ਵਿੱਚ ਹਾਜ਼ਰੀ ਭਰਾਂਗੇ। ਸਿੱਧ ਪਰਬਤੀ ਰਹੇ ਸਿੱਧ ਲਾਏ, ਤੇ ਜਿਹੜੇ ਸਿੱਧ ਗੁਰੂ ਨਾਨਕ ਸਾਹਿਬ ਨਾਲ ਬਚਨ ਕਰਦੇ ਰਹੇ, ਗੁਰੂ ਘਰ ਦੀਆਂ ਪਰਖਾਂ ਕਰਦੇ ਰਹੇ, ਉਹ ਵੀ ਹੁਣ ਬੰਦਾ ਸਿੰਘ ਬਹਾਦਰ ਕੋਲ ਆਏ। ਬੰਦਾ ਸਭ ਕੇ ਅਦਕ ਸਦਾਏ। ਪਰ ਕਹਿੰਦੇ ਸਿੱਧਾਂ ਦੀਆਂ ਸਿੱਧੀਆਂ ਵੀ ਬੰਦਾ ਸਿੰਘ ਬਹਾਦਰ ਅੱਗੇ ਫੇਲ ਹੋ ਗਈਆਂ, ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਵਰਤ ਰਿਹਾ ਹੈ। ਜੋ ਤੇ ਚਿਤਵਤ ਕੋ ਦੂਰੋਂ ਆਵੇ, ਕਹਿੰਦੇ ਬੰਦਾ ਜੋ ਵੀ ਮਨ ਵਿੱਚ ਸੋਚ ਕਰਕੇ ਦੂਰੋਂ ਚੱਲ ਕੇ ਬੰਦਾ ਸਿੰਘ ਬਹਾਦਰ ਕੋਲ ਆਉਂਦਾ ਸੀ, ਬੰਦਾ ਚਿਤ ਕੀ ਬਾਤ ਬਤਾਵੇ। ਕਹਿੰਦੇ ਬੰਦਾ ਸਿੰਘ ਬਹਾਦਰ ਬੰਦੇ ਦੇ ਬੋਲਣ ਤੋਂ ਪਹਿਲਾਂ ਦੱਸ ਦਿੰਦਾ ਸੀ ਵੀ ਤੇਰੇ ਮਨ ਦੇ ਵਿੱਚ ਇਸ ਵਕਤ ਕੀ ਚੱਲ ਰਿਹਾ ਹੈ। ਕਹਿੰਦੇ ਇਸ ਤਰ੍ਹਾਂ ਜਦੋਂ ਹਰ ਇੱਕ ਦੇ ਮਨ ਦੀ ਗੱਲ ਦੱਸਦਾ, ਸਾਰੇ ਹੀ ਚੁੱਪ ਹੋ ਜਾਂਦੇ। ਦੋਹਰਾ ਆਏ ਮਿਲੇ ਜੋ ਪ੍ਰਥਮ ਹੀ, ਤੈ ਬੰਦਾ ਸੁਖ ਦੇ। ਕਹਿੰਦੇ ਜਿਹੜੇ ਆ ਕਰਕੇ ਖਾਲਸੇ ਦੀ ਸ਼ਰਨੀ ਪੈਂਦੇ, ਬੰਦਾ ਸਿੰਘ ਬਹਾਦਰ ਨੂੰ ਮਿਲਦੇ, ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਕੇ ਬੰਦਾ ਸਿੰਘ ਬਹਾਦਰ ਉਹਨਾਂ ਦੀ ਝੋਲੀ ਵਿੱਚ ਦਾਤ ਜ਼ਰੂਰ ਪਾਉਂਦਾ। ਆਏ ਮਿਲੇ ਭਿੜ ਲੜ ਜੋ, ਤਿਸ ਕੁਛ ਬਖਸ਼ੇ ਕੁਛ ਲੇ। ਤੇ ਕਹਿੰਦੇ ਜਿਹੜੇ ਪਹਿਲਾਂ ਲੜਨ ਦੀ ਭਾਵਨਾ ਲੈ ਕੇ ਆਉਂਦੇ, ਹਮਲੇ ਦੀ ਭਾਵਨਾ ਲੈ ਕੇ ਆਉਂਦੇ, ਪਰ ਖਾਲਸੇ ਦੇ ਪ੍ਰਤਾਪ ਨੂੰ ਵੇਖ ਕੇ ਮੌਤ ਤੋਂ ਡਰਦੇ ਫਿਰ ਖਾਲਸੇ ਅੱਗੇ ਝੁਕ ਜਾਂਦੇ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਕਹਿੰਦੇ ਫਿਰ ਜਿਹੜਾ ਖਾਲਸੇ ਦੀ ਸ਼ਰਨੀ ਪੈ ਜਾਂਦਾ, ਖਾਲਸਾ ਉਹਦੀਆਂ ਭੁੱਲਾਂ ਬਖਸ਼ ਦਿੰਦਾ ਤੇ ਖਾਲਸਾ ਜੀ ਗੁਰੂ ਨਾਨਕ ਦੇ ਘਰ ਦਾ ਸੇਵਕ ਬਣਾ ਲੈਂਦਾ। ਸੋ ਇਸ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਖਾਲਸੇ ਪੰਥ ਦੇ ਵਰਤਦੀ ਰਹੀ। ਪੰਜਾਬ ਜਿੱਤਿਆ, ਕਹਿਲੂਰ ਜਿੱਤਿਆ ਤੇ ਬਲਾਸਪੁਰ ਵੀ ਖਾਲਸਾ ਜੀ ਅੱਜ ਫਤਿਹ ਕਰ ਲਿਆ। ਹੁਣ ਆਉਣ ਵਾਲੇ ਦਿਨ ਵਿੱਚ ਆਪਾਂ ਹੋਰ ਬੰਦਾ ਸਿੰਘ ਬਹਾਦਰ ਦਾ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰਾਂਗੇ। ਅਰਦਾਸ ਕਰਨੀ ਜੋ ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਵਿੱਚ ਕਮਾ ਸਕੀਏ। ਬੇਨਤੀ ਹੈ ਆਓ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਹਿਤ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਬੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤ ਹੈ ਕੇ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹਉ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਸਰਬੱਤ ਸਤ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਦਾ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਪ ਸੰਗਤਾਂ ਨੂੰ